हाँ जी, ਹੁਣ ਅਸੀਂ ਪੜਾਂਗੇ ਜੀ ਪੇਪਰ ਨੰਬਰ 5 ਇੰਡੀਅਨ ਪੀਨਲ ਕੋਡ 1860। ਪੇਪਰ ਨੰਬਰ 5 ਇੰਡੀਅਨ ਪੀਨਲ ਕੋਡ 1860। ਇਸ ਤੋਂ ਪਹਿਲਾਂ ਅਸੀਂ ਕੱਲ ਪੜਿਆ ਸੀਗਾ ਇਹਦਾ ਚੈਪਟਰ ਨੰਬਰ 4 ਜਨਰਲ ਐਕਸੈਪਸ਼ਨਸ। ਵੀ ਜਦੋਂ ਕਿਸੇ ਵਿਅਕਤੀ ਤੋਂ ਕੋਈ ਕੰਮ ਹੋ ਜਾਂਦਾ ਹੈ, ਕੋਈ ਐਕਟ ਹੋ ਜਾਂਦਾ ਹੈ, ਉਹ ਐਕਟ ਦੇ ਵਿੱਚ ਕਿਸੇ ਹੋਰ ਦੂਜੇ ਵਿਅਕਤੀ ਨੂੰ ਇੰਜਰੀ ਹੋ ਜਾਂਦੀ ਹੈ ਜਾਂ ਉਹਦਾ ਕੋਈ ਨੁਕਸਾਨ ਹੋ ਜਾਂਦਾ ਹੈ, ਤਾਂ ਕਿੱਥੇ ਕਿੱਥੇ ਕਿਹੜੇ ਕਿਹੜੇ ਵਿਅਕਤੀ ਜਿਹੜੇ ਹੈਗੇ ਨੇ ਇਸ ਚੈਪਟਰ ਦੇ ਤਹਿਤ ਉਹਨਾਂ ਨੂੰ ਮਤਲਬ ਕਿ ਅਫੈਂਸਿਵ ਜਾਂ ਉਸ ਨੂੰ ਮਤਲਬ ਕਿ ਜ਼ਿੰਮੇਵਾਰ ਨਹੀਂ ਸੀ ਠਹਿਰਾਇਆ ਜਾਂਦਾ। ਉਹਦੇ ਵਿੱਚ ਕੁਝ ਐਕਸੈਪਸ਼ਨਸ ਸੀਗੀਆਂ, ਸੈਕਸ਼ਨ 76 ਤੋਂ ਲੈ ਕੇ ਅਸੀਂ ਪੜ੍ਹੀਆਂ ਸੀਗੀਆਂ ਸੈਕਸ਼ਨ 95 ਤੱਕ। ਕੁਝ ਸੈਕਸ਼ਨ ਸੀਗੇ ਜਿਹੜੇ ਅਸੀਂ ਕੱਲ ਪੜ੍ਹੇ ਸੀਗੇ, ਜਿਹਦੇ ਵਿੱਚ ਜਿਵੇਂ ਆਪਾਂ ਜਨਰਲ ਗੱਲ ਕਰ ਲਈਏ, ਕੋਈ ਡਾਕਟਰਸ ਹੈਗੇ ਆ, ਡਾਕਟਰ ਵੱਲੋਂ ਅਚਾਨਕ ਐਕਸੀਡੈਂਟ ਹੋ ਗਿਆ, ਰਸਤੇ ਸੜਕ ਤੇ ਕੋਈ ਵਿਅਕਤੀ ਆ ਗਿਆ, ਉਹਨੂੰ ਕੋਈ ਲੈ ਕੇ ਹਸਪੀਟਲ ਦੇ ਵਿੱਚ ਆ ਗਏ, ਉੱਥੇ ਆਪਾਂ ਲਾਅ ਕੀ ਕਹਿੰਦਾ, ਲਾਅ ਇਹ ਕਹਿੰਦਾ ਹੈਗਾ ਵੀ ਜਦੋਂ ਉਹਦਾ ਕੋਈ ਆਪਰੇਸ਼ਨ ਕਰਨਾ ਹੈ, ਠੀਕ ਹੈ, ਜਿਵੇਂ ਜਨਰਲ ਆਪਣੀ ਰੂਟੀਨ 'ਚ ਦੇਖਦੇ ਹਾਂ, ਉਹਦਾ ਆਪਰੇਸ਼ਨ ਕਰਨਾ ਤਾਂ ਉਹਦੀ ਜਿਹੜਾ ਪੇਸ਼ੈਂਟ ਹੈਗਾ ਉਸਦੀ ਜੇ ਮੇਜਰ ਹੈਗਾ, ਜੇ ਮੇਜਰ ਨਹੀਂ ਹੈਗਾ ਤਾਂ ਉਹਦੇ ਕਿਸੇ ਪੇਰੈਂਟਸ ਦੀ ਜਾਂ ਉਹਦੇ ਗਾਰਡੀਅਨ ਦੀ ਜਿਹੜੀ ਕੰਸੈਂਟ ਲਈ ਜਾਂਦੀ ਹੈ। ਪਰ ਇੱਦਾਂ ਕੁਛ ਸੈਕਸ਼ਨ ਅਸੀਂ ਪੜ੍ਹੀਆਂ ਵੀ ਜਿੱਥੇ ਇੱਦਾਂ ਦਾ ਕੋਈ ਸਮਾਂ ਨਾ ਹੋਵੇ ਤੇ ਫਿਰ ਵੀ ਆਪਰੇਸ਼ਨ ਹੋ ਜਾਵੇ, ਡਾਕਟਰ ਵੱਲੋਂ ਕੀਤਾ ਜਾਵੇ, ਠੀਕ ਹੈ, ਤਾਂ ਕੋਈ ਇੰਜਰੀ ਹੋ ਜਾਂਦੀ ਹੈ ਕਿਸੇ ਇਸ ਗੁੱਡ ਫੇਥ ਦੇ ਵਿੱਚ। ਜਦੋਂ ਗੁੱਡ ਫੇਥ ਦੇ ਵਿੱਚ ਕੋਈ ਵਿਅਕਤੀ ਵੱਲੋਂ ਕੰਮ ਕੀਤਾ ਜਾਂਦਾ ਹੈ ਦੂਸਰੇ ਵਿਅਕਤੀ ਦੀ ਬੈਨੀਫਿਟ ਦੇ ਖਾਤਰ, ਤਾਂ ਉਸ ਨੂੰ ਇਸ ਗੱਲ ਦਾ ਬੈਨੀਫਿਟ ਮਿਲਦਾ ਹੈ ਵੀ ਉਹਦੇ ਖਿਲਾਫ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚੱਲਦੀਆਂ ਹੈਗੀਆਂ, ਕੋਈ ਇਨਸੇਨ ਪਰਸਨ ਹੈ ਨਹੀਂ। ਸੈਕਸ਼ਨ 89 ਜਿਵੇਂ ਅਸੀਂ ਪੜ੍ਹੇ, ਸੈਕਸ਼ਨ 76 ਪੜ੍ਹਿਆ ਸੀਗਾ, ਕੋਈ ਸੋਲਜਰ ਹੈਗਾ, ਸੋਲਜਰ ਉਹ ਆਪਣਾ ਕਿਸੇ ਆਫੀਸਰ ਦੇ ਆਰਡਰ ਦੇ ਤਹਿਤ ਕੋਈ ਕੰਮ ਕਰਦਾ ਹੈ, ਕੋਈ ਗੋਲੀ ਚਲਾ ਦਿੰਦਾ ਹੈ, ਤਾਂ ਕਿਸੇ ਪਰਚੈਂਸ ਗਲਤੀ ਦੇ ਨਾਲ ਕਿਸੇ ਹੋਰ ਲੱਗ ਜਾਂਦੀ ਹੈ, ਠੀਕ ਹੈ, ਕੋਈ ਜ਼ਖਮੀ ਹੋ ਜਾਂਦਾ ਹੈ, ਤਾਂ ਉਹ ਵੀ ਇਹਦਾ ਬੈਨੀਫਿਟ ਲੈ ਸਕਦਾ ਹੈ। ਉਹਦੇ ਖਿਲਾਫ ਵੀ ਪ੍ਰੋਸੀਡਿੰਗ ਨਹੀਂ ਚੱਲਦੀਆਂ। ਇਸ ਤਰ੍ਹਾਂ ਜੱਜ ਹੈ, ਜੱਜ ਦੇ ਵੱਲੋਂ ਕੋਈ ਆਰਡਰ ਕੀਤਾ ਜਾਂਦਾ ਹੈ ਆਪਣੀ ਜੁਡੀਸ਼ੀਅਲ ਕੈਪੈਸਿਟੀ ਦੇ ਵਿੱਚ, ਉਹਦਾ ਕਿਸੇ ਹੋਰ ਨੂੰ ਨੁਕਸਾਨ ਹੁੰਦਾ ਹੈ ਤਾਂ ਉਹਦੇ ਖਿਲਾਫ ਵੀ ਪ੍ਰੋਸੀਡਿੰਗ ਨਹੀਂ ਕੀਤੀਆਂ ਜਾ ਸਕਦੀਆਂ। ਹੈਡ ਡਨ ਪਰਸੂਐਂਟ ਟੂ ਦਾ ਜਜਮੈਂਟ ਔਰ ਆਰਡਰ, ਇਹ ਸੈਕਸ਼ਨ 78 ਸੀਗਾ, ਕਿਸੇ ਜਜਮੈਂਟ ਨੂੰ ਕਿਸੇ ਆਰਡਰ ਨੂੰ ਲਾਗੂ ਕਰਨ ਦੀ ਖਾਤਰ ਕਿਸੇ ਐਗਜ਼ੀਕਿਊਟਿਵ ਆਫੀਸਰ ਵੱਲੋਂ ਬੀਇੰਗ ਇਹ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਿਵੇਂ ਹੁੰਦੇ ਆ, ਕੋਈ ਕੰਮ ਕੀਤੇ ਜਾਂਦੇ ਆ, ਤਦ ਵੀ ਉਹਦੇ ਖਿਲਾਫ ਵੀ ਕੋਈ ਪ੍ਰੋਸੀਡਿੰਗ ਕਾਰਵਾਈ ਨਹੀਂ ਕੀਤੀ ਜਾ ਸਕਦੀ। ਮਤਲਬ ਕਹਿਣ ਦਾ ਭਾਵ ਸੀਗਾ ਵੀ ਜਦੋਂ ਕੋਈ ਜਾਣਬੁੱਝ ਕੇ ਕੋਈ ਇੱਦਾਂ ਦਾ ਐਕਟ ਨਾ ਕੀਤਾ ਜਾਵੇ, ਜਾਣਬੁੱਝ ਕੇ ਜੀ ਮੈਲ ਆਫ ਇੰਟੈਂਸ਼ਨ ਨਾ ਹੋਵੇ ਕਿਸੇ ਵਿਅਕਤੀ ਦੀ ਦੂਸਰੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ, ਉਹਦੀ ਗੁੱਡ ਫੇਥ ਦੇ ਵਿੱਚ ਉਹਦੀ ਬੈਨੀਫਿਟ ਦੇ ਖਾਤਰ ਕੋਈ ਕੰਮ ਕੀਤਾ ਜਾਂਦਾ ਹੈ, ਤਾਂ ਜਿਹੜਾ ਉਹਦਾ ਪਰ ਹੋ ਜਾਂਦਾ ਉਹਦਾ ਨੁਕਸਾਨ ਦੂਜੇ ਵਿਅਕਤੀ ਨੂੰ, ਤਾਂ ਜਿਹੜਾ ਉਹਦਾ ਬੈਨੀਫਿਟ ਹੈ ਇਸ ਸੈਕਸ਼ਨ ਦੇ ਤਹਿਤ, ਇਸ ਚੈਪਟਰ ਦੇ ਤਹਿਤ ਜਿਹੜਾ ਵਿਅਕਤੀ ਜਿਹੜਾ ਐਕਟ ਕਰਦਾ ਉਹ ਲੈ ਸਕਦਾ ਹੈ, ਤੇ ਮਤਲਬ ਕਿ ਉਹਦੇ ਖਿਲਾਫ ਜਿਹੜੀਆਂ ਕ੍ਰਿਮੀਨਲ ਪ੍ਰੋਸੀਜਰ ਨੇ ਉਹ ਨਹੀਂ ਚੱਲਦੀਆਂ। ਜਿਵੇਂ ਆਪਾਂ ਪੜ੍ਹਿਆ ਸੀਗਾ ਸੈਕਸ਼ਨ 94 ਦੇ ਵਿੱਚ ਵੀ ਕੋਈ ਜ਼ਬਰਦਸਤੀ ਕਿਸੇ ਨੂੰ ਕੋਈ ਕੰਮ ਕਰਵਾਉਂਦਾ ਹੈ, ਠੀਕ ਹੈ, ਜਾਂ ਜ਼ਬਰਦਸਤੀ ਕਿਸੇ ਨੂੰ ਕਹਿ ਜਾਂਦਾ ਕੋਈ ਮੈਂ ਤਾਂ ਤੈਨੂੰ ਮਾਰ ਦਾਂਗਾ ਨਹੀਂ ਤਾਂ ਤੂੰ ਆਹ ਕੰਮ ਕਰ, ਉਹਦੇ ਵੱਲੋਂ ਕੰਮ ਕਰਿਆ ਜਾਂਦਾ ਹੈ, ਤਦ ਵੀ ਉਹ ਜਿਹੜਾ ਹੈਗਾ ਉਸ ਕੰਮ ਦੇ ਨਾਲ ਦੂਜੇ ਬੰਦੇ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਉਹ ਵੀ ਇਸ ਗੱਲ ਦਾ ਬੈਨੀਫਿਟ ਲੈ ਸਕਦਾ ਵੀ ਉਹਦੇ ਖਿਲਾਫ ਪ੍ਰੋਸੀਡਿੰਗ ਨਹੀਂ ਚੱਲਦੀਆਂ। ਪਰ ਜੇਕਰ ਕੋਈ ਬੰਦਾ ਇਸ ਗੱਲ ਦੇ ਨਾਲ ਕਿਸੇ ਡਕੈਤਾਂ ਦੇ ਕਿਸੇ ਟੋਲੇ 'ਚ ਰਲ ਜਾਂਦਾ ਹੈ ਤਾਂ ਉਹ ਇਸ ਗੱਲ ਦਾ ਬੈਨੀਫਿਟ ਨਹੀਂ ਲੈ ਸਕਦਾ। ਇਸੇ ਤਰ੍ਹਾਂ ਇਹਦੀਆਂ ਐਕਸਪਲੇਨੇਸ਼ਨ ਸੀਗੀਆਂ ਕਿ ਜੇ ਕੋਈ ਲੋਹਾਰ ਹੈ, ਲੋਹਾਰ ਨੂੰ ਆ ਕੇ ਕੁਟਾਕੂ ਕਹਿੰਦੇ ਨੇ ਵੀ ਜਾਂ ਤੂੰ ਆਪਣੇ ਹਥਿਆਰ ਚੁੱਕ ਤੇ ਆਹ ਸੰਦ ਲੈ ਤੇ ਸਾਲਾ ਫਲਾਣਾ ਜਾ ਕੇ ਦਰਵਾਜ਼ਾ ਖੋਲ, ਕਿਸੇ ਗੇਟ ਨੂੰ ਤੋੜਨਾ ਹੁੰਦਾ ਹੈ, ਠੀਕ ਹੈ, ਨਹੀਂ ਤਾਂ ਤੈਨੂੰ ਅਸੀਂ ਨੁਕਸਾਨ ਕਰਾਂਗੇ। ਤੇ ਜੇ ਲੋਹਾਰ ਜਾ ਕੇ ਕਿਸੇ ਘਰ ਦਾ ਜਿਹੜਾ ਹੈਗਾ ਗੇਟ ਹੈ ਉਹਦਾ ਤਾਲਾ ਤੋੜਦਾ ਹੈ, ਤਦ ਵੀ ਉਹ ਜਿਹੜਾ ਲੋਹਾਰ ਹੈ ਇਹਦੇ ਵਿੱਚ ਪਨਿਸ਼ੇਬਲ ਨਹੀਂ ਹੋਏਗਾ। ਜੇ ਕੋਈ ਕਿਸੇ ਨੂੰ ਹਲਕੀ ਨੁਕਸਾਨ ਹੋ ਜਾਂਦਾ ਹੈ ਤਦ ਵੀ ਉਹ ਜਿਹੜਾ ਇਸ ਐਕਟ ਦੇ ਤਹਿਤ ਸੈਕਸ਼ਨ 95 ਦੇ ਤਹਿਤ ਬੈਨੀਫਿਟ ਲੈ ਸਕਦਾ ਹੈ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਚੱਲ ਸਕਦੀ। ਅੱਜ ਅਸੀਂ ਪੜਾਂਗੇ ਜੀ ਰਾਈਟ ਆਫ ਪ੍ਰਾਈਵੇਟ ਡਿਫੈਂਸ। ਇਹ ਬਹੁਤ ਇੰਪੋਰਟੈਂਟ ਚੈਪਟਰ ਹੈ।
ਜਿਹੜਾ ਕਿ ਅਕਸਰ ਕ੍ਰਿਮੀਨਲ ਪ੍ਰੋਸੀਡਿੰਗ ਦੇ ਵਿੱਚ, ਫੌਜਦਾਰੀ ਮੁਕੱਦਮੇ ਦੇ ਵਿੱਚ ਇਸ ਜਿਹੜਾ ਵਰਡ ਹੈਗਾ, ਇਹ ਜਿਹੜਾ ਬੈਨੀਫਿਟ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਇਹ ਅਕਸਰ ਲਿਆ ਜਾਂਦਾ ਹੈ। ਪ੍ਰੈਕਟੀਕਲ ਤੌਰ ਤੇ ਇਹਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਜਿਹੜਾ ਚੈਪਟਰ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਮਤਲਬ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕੋਈ ਰਾਈਟ ਯੂਜ਼ ਕਰਨਾ, ਆਪਣੇ ਆਪ ਨੂੰ ਬਚਾਉਣ ਦੀ ਖਾਤਰ ਦੂਸਰੇ ਦਾ ਆਪਣਾ ਮਤਲਬ ਕਿ ਬਚਾਅ ਕਰਨ ਵਾਸਤੇ ਦੂਸਰੇ ਦੇ ਕੋਈ ਸੱਟ ਲੱਗ ਜਾਵੇ ਤਾਂ ਇਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਪਰਿਭਾਸ਼ਾ 'ਚ ਆ ਜਾਂਦਾ ਹੈ। ਇਹਦੀਆਂ ਅਲੱਗ-ਅਲੱਗ ਸੈਕਸ਼ਨ ਦਿੱਤੇ ਗਏ ਨੇ ਵੀ ਕਿਸ ਹੱਦ ਤੱਕ ਇਹ ਹੋਣਾ ਚਾਹੀਦਾ ਹੈ, ਕੀ ਰੀਜ਼ਨ ਹੋਣੇ ਚਾਹੀਦੇ ਨੇ, ਕੀ ਕਾਰਨ ਹੋਣੇ ਚਾਹੀਦੇ ਜਦੋਂ ਤੁਸੀਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਜਿਹੜਾ ਤੁਸੀਂ ਲੈ ਸਕਦੇ ਹੋ। ਮਤਲਬ ਇਹ ਨਹੀਂ ਹੈਗਾ ਵੀ ਜੇ ਤੁਹਾਡੇ ਮਾਰਦਾ ਤਾਂ ਹੋਵੇ ਚਪੇੜ ਅਗਲਾ ਤੁਸੀਂ ਚੱਕ ਕੇ ਉਹਦੇ ਡਾਂਗ ਮਾਰ ਦੋ ਜਾਂ ਤੁਸੀਂ ਉਹਦੇ ਗੋਲੀ ਮਾਰ ਦੋ, ਇਹ ਦਿਸ ਇਜ਼ ਨਾਟ ਅ ਰਾਈਟ ਆਫ ਪ੍ਰਾਈਵੇਟ ਡਿਫੈਂਸ। ਠੀਕ ਹੈ, ਜਿੰਨੀ ਕਿ ਤੁਹਾਨੂੰ ਲੱਗਦਾ ਵੀ ਮੈਨੂੰ ਕਿੰਨਾ ਕੁ ਦੂਜਾ ਬੰਦਾ ਨੁਕਸਾਨ ਕਰ ਸਕਦਾ ਹੈ, ਉਨਾ ਕਿ ਨੁਕਸਾਨ ਤੁਸੀਂ ਅਗਲਾ ਕਰ ਦੋ, ਦੈਟ ਇਜ਼ ਕਾਲਡ ਏ ਰਾਈਟ ਆਫ ਡਿਫੈਂਸ, ਪ੍ਰਾਈਵੇਟ ਡਿਫੈਂਸ। ਪਰ ਇਹ ਨਾ ਹੋਵੇ ਵੀ ਨੁਕਸਾਨ ਤਾਂ ਅਗਲਾ ਥੋੜਾ ਜਿਹਾ ਕਰਨਾ ਚਾਹੁੰਦਾ, ਤੁਸੀਂ ਅੱਗੇ ਉਹਦਾ ਚੱਕ ਕੇ ਗੰਡਾਸਾ ਮਾਰ ਦੋ ਵਾਲੇ ਦੇ। ਠੀਕ ਹੈ ਜੀ, ਉਹ ਫਿਰ ਤੁਸੀਂ ਪ੍ਰਾਈਵੇਟ ਡਿਫੈਂਸ ਦੀ ਪਰਿਭਾਸ਼ਾ 'ਚ ਨਹੀਂ ਆਉਂਦੇ, ਫਿਰ ਤੁਸੀਂ ਉਹਦਾ ਬੈਨੀਫਿਟ ਨਹੀਂ ਲੈ ਸਕਦੇ। ਇਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਕੋਈ ਚੋਰ ਹੈ, ਚੋਰੀ ਕਰਨ ਦੇ ਲਈ ਕਿਸੇ ਘਰ 'ਚ ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਅਸੀਂ ਅੰਦਰੋਂ ਦੇਖ ਰਹੇ ਹਾਂ, ਦਰਵਾਜ਼ੇ 'ਚੋਂ ਵਿੰਡੋ 'ਚੋਂ ਦੇਖ ਰਹੇ ਹਾਂ, ਅਸੀਂ ਚੱਕ ਕੇ ਉਹਦੇ ਗੋਲੀ ਮਾਰ ਰਹੇ ਹਾਂ। ਠੀਕ ਹੈ, ਇਟ ਇਜ਼ ਨਾਟ ਏ ਰਾਈਟ ਆਫ ਪ੍ਰਾਈਵੇਟ ਡਿਫੈਂਸ। ਅਸੀਂ ਉਹਨੂੰ ਲਲਕਾਰਾ ਦੇ ਕੇ ਵੀ ਭਜਾ ਸਕਦੇ ਹਾਂ, ਰੌਲਾ ਪਾ ਕੇ ਵੀ ਭਜਾ ਸਕਦੇ ਹਾਂ, ਜੇਕਰ ਸਾਡੇ ਕੋਲੇ। ਦੂਜੀ ਗੱਲ ਇਹ ਵੀ ਜੇ ਸਾਡੇ ਕੋਲੇ ਕੋਈ ਇੰਨਾ ਸਮਾਂ ਹੋਵੇ ਵੀ ਅਸੀਂ ਪੁਲਿਸ ਨੂੰ, ਕੰਸਰਨਡ ਅਥਾਰਟੀਜ਼ ਨੂੰ ਟੈਲੀਫੋਨ ਕਰ ਸਕਦੇ ਹੋਈਏ। ਠੀਕ ਹੈ, ਆਪਣੀ ਜਿਹੜੀ ਕੋਈ ਸਾਡੇ ਨਾਲ ਕੋਈ ਮਿਸਹੈਪਨਿੰਗ ਹੋਣ ਦੀ ਸੰਭਾਵਨਾ ਹੈਗੀ ਆ, ਉਹਦੀ ਸੂਚਨਾ ਅਸੀਂ ਕੰਸਰਨ ਅਥਾਰਟੀ ਕੋਲ ਦੇ ਸਕਦੇ ਹੋਈਏ, ਸਾਡੇ ਕੋਲ ਸਮਾਂ ਹੋਵੇ, ਤਦ ਵੀ ਅਸੀਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਨੂੰ ਯੂਟਿਲਾਈਜ਼ ਨਹੀਂ ਕਰ ਸਕਦੇ। ਪਰ ਜੇ ਕੋਈ ਸਥਿਤੀ ਇੱਦਾਂ ਦੀ ਬਣੀ ਹੋਈ ਹੈ, ਕੋਈ ਮੌਕਾ ਇੱਦਾਂ ਦਾ ਬਣਿਆ ਹੋਇਆ ਹੈਗਾ, ਐਪਰੀਹੈਂਸ਼ਨ ਹੈ ਬਹੁਤ ਜ਼ਿਆਦਾ, ਤੁਹਾਡੇ ਕੋਲ ਕੋਈ ਚਾਂਸ ਨਹੀਂ ਕਿਸੇ ਨੂੰ ਅੱਗੇ ਜਾ ਕੇ ਮਤਲਬ ਕਿ ਇਨਫੋਰਮੇਸ਼ਨ ਦੇਣ ਦਾ, ਤੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਜੇ ਮੈਂ ਆਪਦਾ ਡਿਫੈਂਸ ਨਾ ਕੀਤਾ ਤਾਂ ਇਹ ਬੰਦਾ ਮੇਰੇ ਮਾਰੇਗਾ। ਠੀਕ ਹੈ, ਉਹ ਮੇਰੀ ਡੈਥ ਵੀ ਕਰ ਸਕਦਾ ਹੈ, ਮੇਰੇ ਮਤਲਬ ਰੀਗਰਸ ਜਿਹੜੀ ਹੈਗੀ ਹੈ ਸੱਟ ਵੀ ਮਾਰ ਸਕਦਾ ਹੈ। ਤਾਂ ਤੁਸੀਂ ਆਪਣੇ ਬਚਾਓ ਦੀ ਖਾਤਰ ਜਾਂ ਆਪਣੇ ਪਰਿਵਾਰ ਦੇ ਬਚਾਓ ਦੀ ਖਾਤਰ ਜਾਂ ਆਪਣੇ ਕਿਸੇ ਫੈਮਿਲੀ ਮੈਂਬਰ ਦੇ ਬਚਾਓ ਦੀ ਖਾਤਰ ਜਾਂ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਨਾਲ ਇੱਥੇ ਕੰਸਰਨ ਹੈਗਾ ਉਹਦੇ ਬਚਾਓ ਦੀ ਖਾਤਰ ਤੁਸੀਂ ਰਾਈਟ ਆਫ ਜਿਹੜਾ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਹੋਏ ਉਸ ਬੰਦੇ ਦਾ ਕੋਈ ਨੁਕਸਾਨ ਕਰਦੇ ਹੋ, ਉਹਦੇ ਕੋਈ ਸਰਟੀਫਿਕੇਟ ਮਾਰਦੇ ਹੋ, ਤਾਂ ਤੁਸੀਂ ਇਸ ਜਿਹੜਾ ਸੈਕਸ਼ਨ ਹੈ ਇਹਦੀ ਬੈਨੀਫਿਟ ਲੈ ਸਕਦੇ ਹੋ। ਆਪਾਂ ਹੁਣ ਡਿਟੇਲ 'ਚ ਪੜਾਂਗੇ ਸੈਕਸ਼ਨ ਵਾਈਜ਼, ਥੋੜਾ ਫਰਕ ਹੈ ਸਾਰੇ ਸੈਕਸ਼ਨਾਂ ਦੇ ਵਿੱਚ, ਪਰ ਮੇਨ ਮਕਸਦ ਮੈਂ ਤੁਹਾਨੂੰ ਦੱਸਿਆ, ਮੇਨ ਮਕਸਦ ਇਹ ਹੈ ਇਹਦਾ ਵੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ, ਉਹਨਾਂ ਕੀ ਡਿਫੈਂਸ ਲੈਣਾ ਚਾਹੀਦਾ ਹੁੰਦਾ ਜਿੰਨਾ ਕਿ ਸਾਨੂੰ ਐਪਰੀਹੈਂਸ਼ਨ ਹੋਵੇ। ਐਪਰੀਹੈਂਸ਼ਨ ਤਾਂ ਹੋਵੇ ਸਾਡੇ ਮੌਕਾ ਮਾਰਨ ਦੀ, ਅਸੀਂ ਆਲੇ ਦੇ ਗੋਲੀ ਮਾਰ ਦਈਏ। ਠੀਕ ਹੈ, ਇਹ ਉਹਦੀ ਪਰਿਭਾਸ਼ਾ 'ਚ ਨਹੀਂ ਆ ਜਾਂਦਾ। ਥਿੰਗਸ ਸੈਕਸ਼ਨ 96 ਤੋਂ ਅਸੀਂ ਸ਼ੁਰੂ ਕਰਾਂਗੇ। ਥਿੰਗਸ ਡਨ ਇਨ ਪ੍ਰਾਈਵੇਟ ਡਿਫੈਂਸ। ਥਿੰਗਸ ਡਨ, ਕੋਈ ਵੀ ਅਸੀਂ ਕੰਮ ਕਰਦੇ ਹਾਂ ਪ੍ਰਾਈਵੇਟ ਡਿਫੈਂਸ ਦੇ ਵਿੱਚ, ਨਥਿੰਗ ਅਫੈਂਸ, ਉਹਨੂੰ ਅਫੈਂਸ ਨਹੀਂ ਮੰਨਿਆ ਜਾਏਗਾ ਜੇ ਅਸੀਂ ਆਪਦੇ ਪ੍ਰਾਈਵੇਟ ਡਿਫੈਂਸ ਲਈ ਕੋਈ ਕੰਮ ਕਰਦੇ ਹਾਂ, ਦੂਜੇ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਉਹ ਅਫੈਂਸ ਨਹੀਂ ਹੋਏਗਾ। ਠੀਕ ਹੈ ਜੀ, ਸੈਕਸ਼ਨ 96 ਕਹਿੰਦੀ ਹੈ, ਇਹ ਸਿੰਪਲ ਗੱਲ ਕੀਤੀ ਇੱਥੇ ਆ ਕੇ। ਹੁਣ ਪ੍ਰਾਈਵੇਟ ਡਿਫੈਂਸ ਹੈਗਾ ਨਹੀਂ ਹੈਗਾ, ਕਿੰਨਾ ਨਹੀਂ। ਠੀਕ ਹੈ, ਕਿ ਤੁਹਾਨੂੰ ਲੈਣਾ ਬਣਦਾ ਸੀ ਜਾਂ ਨਹੀਂ ਬਣਦਾ ਸੀਗਾ, ਇਹ ਅੱਗੇ ਆਪਾਂ ਸੈਕਸ਼ਨ ਪੜ੍ਹਦੇ। 97 ਸੈਕਸ਼ਨ ਕਹਿੰਦੀ ਹੈ ਰਾਈਟ ਆਫ ਪ੍ਰਾਈਵੇਟ ਡਿਫੈਂਸ ਟੂ ਦਾ ਬੋਡੀ ਐਂਡ ਦਾ ਪ੍ਰੋਪਰਟੀ। ਦੇਖੋ ਇੱਥੇ ਦੋਨੋਂ ਗੱਲਾਂ ਆ ਗਈਆਂ। ਪ੍ਰਾਈਵੇਟ ਡਿਫੈਂਸ ਕਾਹਦਾ, ਬੋਡੀ ਦਾ ਵੀ ਹੋ ਸਕਦਾ ਹੈ, ਤੁਹਾਡੇ ਸਰੀਰ ਦਾ ਵੀ ਹੋ ਸਕਦਾ ਹੈ, ਤੁਹਾਡੇ ਸਰੀਰ ਨੂੰ ਵੀ ਕੋਈ ਬੰਦਾ ਸੱਟ ਮਾਰ ਸਕਦਾ ਹੈ, ਤੁਹਾਡੀ ਪ੍ਰੋਪਰਟੀ ਨੂੰ ਵੀ ਕੋਈ ਬੰਦਾ ਨੁਕਸਾਨ ਕਰ ਸਕਦਾ ਹੈ, ਪ੍ਰੋਪਰਟੀ ਨੂੰ ਅੱਗ ਲਾ ਸਕਦਾ ਹੈ, ਪ੍ਰੋਪਰਟੀ ਚੱਕ ਕੇ ਲੈ ਕੇ ਜਾ ਸਕਦਾ ਹੈ। ਠੀਕ ਹੈ, ਐਵਰੀ ਪਰਸਨ ਹੈਜ਼ ਦ ਰਾਈਟ ਸਬਜੈਕਟ ਟੂ ਦਾ ਸੈਕਸ਼ਨਸ ਕੰਟੇਨਡ ਇਨ ਸੈਕਸ਼ਨ 99 ਸੈਕਸ਼ਨ ਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਨੇ ਸੈਕਸ਼ਨ ਦਿੱਤੀਆਂ ਵੀ ਨੇ, ਉਹਨੂੰ ਛੱਡ ਕੇ ਜੋ ਆਪਾਂ 99 ਸੈਕਸ਼ਨ ਪੜਾਂਗੇ ਫਿਰ ਦੇਖਾਂ ਵੀ ਕਿਹਨੇ ਕਿਸਾਂ 'ਚ ਅਸੀਂ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਨਹੀਂ ਲੈ ਸਕਦੇ। ਉਹਨਾਂ ਨੂੰ ਛੱਡ ਕੇ ਕਹਿੰਦਾ ਫਸਟਲੀ ਤੌਰ ਤੇ ਕੀ ਹੈ, ਹਿਜ਼ ਓਨ ਬੋਡੀ ਐਂਡ ਦਾ ਬੋਡੀ ਆਫ ਐਨੀ ਅਦਰ ਪਰਸਨ। ਐਨੀ ਅਦਰ ਪਰਸਨ 'ਚ ਮਤਲਬ ਇੱਥੇ ਆ ਜਾਂਦੇ ਨੇ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਘਰ ਦੇ ਵਿੱਚ ਹੈਗਾ, ਕੋਈ ਤੁਹਾਡੇ ਨਾਲ ਹੈਗਾ। ਠੀਕ ਹੈ, ਕੋਈ ਪਰਿਵਾਰ ਦਾ ਮੈਂਬਰ, ਕੋਈ ਤੁਹਾਡਾ ਫੈਮਿਲੀ ਮੈਂਬਰ ਵੀ ਹੋ ਸਕਦਾ ਹੈ, ਹਸਬੈਂਡ ਵੀ ਹੋ ਸਕਦਾ, ਵਾਈਫ ਵੀ ਹੋ ਸਕਦੀ ਹੈ, ਜਾਂ ਤੁਹਾਡੀ ਕੋਈ ਲੜਕਾ ਵੀ ਹੋ ਸਕਦਾ ਹੈ, ਕੋਈ ਰਿਸ਼ਤੇਦਾਰ ਵੀ ਤੁਹਾਡਾ ਹੋ ਸਕਦਾ ਹੈ। ਐਨੀ ਇਸ ਕਰਕੇ ਨੇ ਸਪੈਸੀਫਾਈ ਨਹੀਂ ਕੀਤਾ, ਇਹਨੇ ਤੁਹਾਡਾ ਕੋਈ ਸਨ ਨਹੀਂ ਕਿਹਾ, ਗਰਲ ਨਹੀਂ, ਡਾਟਰ ਨਹੀਂ ਕਹੀ, ਵਾਈਫ ਨਹੀਂ ਕਹੀ, ਇਹਨੇ ਯੂਜ਼ ਕੀਤਾ ਇੱਥੇ ਬੋਡੀ ਆਫ ਐਨੀ ਅਦਰ ਪਰਸਨ ਅਗੇਂਸਟ ਐਨੀ ਆਫੈਂਸ ਅਫੈਕਟਿੰਗ ਦਾ ਹਿਊਮਨ ਬੋਡੀ। ਤੁਹਾਡੀ ਬੋਡੀ ਨੂੰ
ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਦੀ ਬੋਡੀ ਨੂੰ, ਕੋਈ ਹਿਊਮਨ ਬੋਡੀ ਨੂੰ ਮਤਲਬ ਕਿ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਜਿਹੜਾ ਹੈਗਾ ਆਪਣਾ ਪ੍ਰਾਈਵੇਟ ਡਿਫੈਂਸ ਲੈ ਸਕਦੇ ਹੋ, ਤੁਸੀਂ ਉਹਦਾ ਬਚਾਅ ਕਰਨ ਦੀ ਖਾਤਰ ਕੋਈ ਕਾਰਵਾਈ ਕਰ ਸਕਦੇ ਹੋ। ਦੈਨ ਹੈਗਾ ਸੈਕੰਡਲੀ ਤਾਂ ਪ੍ਰੋਪਰਟੀ ਵੈਦਰ ਮੂਵੇਬਲ ਔਰ ਮੂਵੇਬਲ, ਚੱਲ ਜਾਇਦਾਦ ਹੋਵੇ ਚਾਹੇ ਅਚਲ ਜਾਇਦਾਦ ਹੋਵੇ, ਹਿਮਸੈਲਫ ਦੀ ਤੁਹਾਡੀ ਆਪਣੀ ਹੋਵੇ ਜਾਂ ਕਿਸੇ ਹੋਰ ਵਿਅਕਤੀ ਦੀ ਹੋਵੇ ਜਿਹੜਾ ਤੁਹਾਡੇ ਨਾਲ ਕੰਸਰਨਡ ਹੋਵੇ, ਅਗੇਂਸਟ ਐਨੀ ਐਕਟ ਵਿਚ ਇਜ਼ ਐਨ ਆਫੈਂਸ, ਅਦਰਵਾਈਜ਼ ਕੋਈ ਅਫੈਂਸ ਹੈ, ਕੋਈ ਉਸ ਨੂੰ ਚੋਰੀ ਨਹੀਂ ਕਰਨ ਦੀ ਖਾਤਰ, ਕੋਈ ਰੋਬਰੀ ਡਕੈਤੀ ਕਰਨ ਦੀ ਖਾਤਰ ਜਾਂ ਕਿਸੇ ਹੋਰ ਗਲਤ ਕੰਮ ਕਰਨ ਦੀ ਖਾਤਰ ਜਾਂ ਕ੍ਰਿਮੀਨਲ ਟ੍ਰੈਸਪਾਸ ਕਰਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ, ਔਰ ਵਿਚ ਇਜ਼ ਐਨ ਅਟੈਂਪਟ ਟੂ ਕਮਿਟ ਥੈਫਟ, ਰੋਬਰੀ ਔਰ ਮਿਸਚੀਫ ਔਰ ਕ੍ਰਿਮੀਨਲ ਟ੍ਰੈਸਪਾਸ। ਠੀਕ ਹੈ, ਕੋਈ ਡਕੈਤੀ ਕਰਨ ਦੇ ਲਈ, ਕੋਈ ਚੋਰੀ ਕਰਨ ਦੇ ਲਈ, ਰੋਬਰੀ ਕਰਨ ਦੇ ਲਈ ਜਾਂ ਕੋਈ ਹੋਰ ਗਲਤ ਕੰਮ ਕਰਨ ਦੇ ਲਈ, ਜਾਂ ਫਿਰ ਕ੍ਰਿਮੀਨਲ ਟ੍ਰੈਸਪਾਸ ਜਿੱਥੇ ਉਹ ਬੰਦਾ ਰਾਤ ਨੂੰ ਜਿਵੇਂ ਕਿਸੇ ਦੇ ਘਰ 'ਚ ਐਂਟਰ ਕਰਦਾ ਹੈ ਚੋਰੀ ਕਰਨ ਦੀ ਖਾਤਰ, ਇੱਦਾਂ ਦੀ ਕੋਈ ਕਾਰਵਾਈ ਕੋਈ ਕਰਦਾ ਤਾਂ ਜਿਹੜਾ ਤੁਸੀਂ ਹੈਗਾ ਰਾਈਟ ਆਫ ਪ੍ਰਾਈਵੇਟ ਜਿਹੜਾ ਡਿਫੈਂਸ ਹੈ, ਉਹਦੇ ਅੰਦਰ ਵੜ ਕੇ ਤੁਹਾਡੀ ਬੋਡੀ ਨੂੰ ਕੋਈ ਨੁਕਸਾਨ ਹੋਣ ਦੀ ਖਤਰਾ ਲੱਗਦਾ ਵੀ ਚੋਰ ਆ ਗਿਆ, ਅੰਦਰ ਵੜ ਗਿਆ, ਐਂਟਰ ਕਰ ਗਿਆ, ਉਹਦੇ ਕੋਲ ਕੋਈ ਹਥਿਆਰ ਹੈ, ਮਾਰੂ ਹਥਿਆਰ ਹੈ, ਤੁਹਾਨੂੰ ਲੱਗਦਾ ਵੀ ਹੁਣ ਜੇ ਮੈਂ ਆਪਦਾ ਡਿਫੈਂਸ ਨਾ ਕੀਤਾ ਤਾਂ ਇਸ ਨੇ ਮੈਨੂੰ ਮਾਰ ਦੇਣਾ ਜਾਂ ਮੇਰੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਮਾਰ ਦੇਣਾ, ਨੰਗੀ ਤਲਵਾਰ ਜਾਂ ਨੰਗਾ ਵਰਸ਼ਾ ਉਹਦੇ ਕੋਲੇ ਚਾਕੂ ਹੈਗਾ, ਠੀਕ ਹੈ, ਜਾਂ ਰਿਵਾਲਵਰ ਉਹਦੇ ਕੋਲੇ ਹੈਗੀ ਹੈ, ਠੀਕ ਹੈ, ਫਿਰ ਤੁਹਾਨੂੰ ਲੱਗਦਾ ਵੀ ਮੇਰੇ ਕੋਲ ਇੰਨਾ ਸਮਾਂ ਨਹੀਂ ਹੈਗਾ, ਨਾ ਮੈਂ ਕਿਸੇ ਨੂੰ ਫੋਨ ਕਰ ਸਕਦਾ, ਨਾ ਮੈਂ ਕਿਸੇ ਨੂੰ ਬੁਲਾ ਸਕਦਾ, ਤੇ ਇੰਨੇ ਜਿੰਨੀ ਦੇਰ 'ਚ ਮੈਂ ਕੋਈ ਕਿਸੇ ਨੂੰ ਇਨਫੋਰਮੇਸ਼ਨ ਦੇਵਾਂਗਾ ਉਨੀ ਦੇਰ 'ਚ ਤਾਂ ਇਹ ਸਾਡਾ ਨੁਕਸਾਨ ਕਰ ਦੇਗਾ, ਤਾਂ ਤੁਸੀਂ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰ ਸਕਦੇ ਹੋ। ਯੂਜ਼ ਕਰਦੇ ਹੋਏ ਤੁਸੀਂ ਆਪਦਾ ਬਚਾਅ ਕਰਦੇ ਹੋਏ ਜੇ ਉਹਦੇ ਕੋਈ ਸੱਟ ਫੇਟ ਮਾਰਦੇ ਹੋ ਤਾਂ ਤੁਸੀਂ ਇਸ ਜਿਹੜਾ ਸੈਕਸ਼ਨ ਹੈ 97 ਇਹਦਾ ਬੈਨੀਫਿਟ ਲੈ ਸਕਦੇ ਹੋ। ਠੀਕ ਹੈ ਜੀ, ਇਹਦੇ ਵਿੱਚ ਪ੍ਰੋਪਰਟੀ ਵੀ ਆ ਜਾਂਦੀ ਹੈ ਤੇ ਇਹਦੇ ਵਿੱਚ ਨਾਲ ਤੁਹਾਡੀ ਹਿਊਮਨ ਬੋਡੀ ਵੀ ਆ ਜਾਂਦੀ ਹੈ। Then section 98 right of private defense against the act of a person of unsound mind। देखो अनसाउंड माइंड ਆਪਾਂ ਪਿੱਛੇ ਪੜ੍ਹ ਕੇ ਗਏ ਆ ਵੀ ਜੇ ਕੋਈ ਅਨਸਾउंड ਮਾइंड ਕੋਈ ਬੰਦਾ ਕੋਈ ਕੰਮ ਕਰਦਾ ਕੋਈ ਐਕਟ ਕਰਦਾ ਹੈ ਹੀ ਇਜ਼ ਨਾਟ ਪਨਿਸ਼ੇਬਲ ਤਾਂ ਉਸ ਨੂੰ ਉਹਦੇ ਖਿਲਾਫ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚੱਲਦੀਆਂ। ਪਰ ਜੇ ਕੋਈ ਅਨਸਾउंड ਬੰਦਾ ਨੰਗੀ ਤਲਵਾਰ ਲਈ ਫਿਰਦਾ ਹੈ, ਨੰਗਾ ਵਰਸ਼ਾ ਲਈ ਫਿਰਦਾ ਹੈ, ਠੀਕ ਹੈ, ਤੁਹਾਡੇ ਮਗਰ ਪੈ ਗਿਆ, ਤੁਹਾਨੂੰ ਖਤਰਾ ਹੋ ਗਿਆ, ਅਦਰਵਾਈਜ਼ ਤਾਂ ਦੇਖੋ ਹੀ ਇਜ਼ ਨਾਟ ਪਨਿਸ਼ੇਬਲ ਜੇ ਕੋਈ ਐਕਟ ਕਰਦਾ ਹੈ। ਪਰ ਜੇ ਤੁਸੀਂ ਉੱਥੇ ਆਪਦਾ ਬਚਾਅ ਨਹੀਂ ਕਰੋਗੇ ਤਾਂ ਤੁਹਾਨੂੰ ਮਾਰ ਦੇਗਾ ਅਗਲਾ। ਪਰ ਇਸ ਕਰਕੇ ਜੇ ਤੁਸੀਂ ਆਪਦੇ ਬਚਾਅ ਦੀ ਖਾਤਰ ਬੇਸ਼ੱਕ ਉਹ ਬੰਦਾ ਅਨਸਾउंड ਮਾइंड ਹੈ, ਜੇ ਤੁਸੀਂ ਆਪਦੇ ਬਚਾਅ ਦੀ ਖਾਤਰ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਹੋ ਤੇ ਉਸ ਨੂੰ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਤੁਸੀਂ ਇਸ ਦਾ ਬੈਨੀਫਿਟ ਲੈ ਸਕਦੇ ਹੋ, ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਨਹੀਂ ਚੱਲਣਗੀਆਂ। ਜਿਵੇਂ ਕਿ ਇਹਨੇ ਕਿਹਾ ਇੱਥੇ ਐਗਜ਼ਾਮਪਲ ਦਿੱਤੀ ਹੈ, ਐਗਜ਼ਾਮਪਲ ਏ ਸ਼ਾਇਦ ਤੁਹਾਡੇ ਬੁੱਕ 'ਚ ਹੋਵੇ ਹੈਗੀ ਹੈ ਜਾਂ ਨਹੀਂ ਮੈਨੂੰ ਦੇਖ ਲਓ ਤੁਸੀਂ। एग्जाम्पल ए जेड अंडर द इन्फ्लुएंस ऑफ मैडनेस, जेड है कोई पागलपन हैगा ਉਹਦੇ ਵਿੱਚ, अटेम्प्ट्स टू किल ए ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, जेड इज गिल्टी ऑफ नो ऑफेंस, जेड इज गिल्टी ऑफ नो ऑफेंस बट ए हैज द सेम राइट ऑफ प्राइवेट डिफेंस which he would। ਇੱਥੇ ਕਹਿੰਦੇ जेड ਤਾਂ ਗਿਲਟੀ ਨਹੀਂ ਹੈਗਾ ਕਿਉਂਕਿ ਉਹ ਮੈਡ ਹੈ, ਪਾਗਲ ਹੈ, जेड ਗਿਲਟੀ ਨਹੀਂ ਹੈਗਾ, ਠੀਕ ਹੈ, ऑफेंस ਦੇ ਲਈ। ਪਰ ਇੱਥੇ ਕਹਿੰਦੇ ਜਿਹੜਾ A ਹੈਗਾ A has the same right of private defense which he would have if Z were same। Z ਦੇ ਕੋਲੇ ਜਿਹੜਾ ਹੈਗਾ A ਦੇ ਕੋਲ ਜਿਹੜਾ ਹੈਗਾ right of private defense ਹੈਗਾ ਕਿੱਦਾਂ ਦਾ ਵੀ ਇਹ ਪ੍ਰਜ਼ਿਊਮ ਕਰਿਆ ਜਾਏਗਾ ਵੀ ਜਿਹੜਾ Z ਹੈਗਾ ਉਹ ਪਾਗਲ ਨਹੀਂ ਹੈਗਾ, ਠੀਕ ਹੈ, ਉਹ ਪਾਗਲ ਨਹੀਂ ਹੈਗਾ, ਉਹ ਆਪਣਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦਾ ਹੈ। ਇਹਦੇ ਨਾਲ ਕੀ ਹੁੰਦਾ ਹੈ, Z ਨੂੰ ਕੋਈ ਨੁਕਸਾਨ ਹੋ ਜਾਂਦਾ, Z ਨੂੰ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਜਿਹੜਾ ਹੈਗਾ ਇਹ ਹੈ ਉਹ ਪਨਿਸ਼ੇਬਲ ਨਹੀਂ ਹੋਏਗਾ। ਠੀਕ ਹੈ ਜੀ, ਜਿਵੇਂ ਕਿ ਐਗਜ਼ਾਮਪਲ 2 ਹੈਗੀ ਹੈ B, A enters by night a house which he is legally entitled to enter। ਇਹ ਹੈ ਕਿਸੇ ਰਾਤ ਨੂੰ ਕਿਸੇ ਆਪਦੇ ਘਰ 'ਚ ਐਂਟਰ ਕਰਦਾ ਹੈ ਜਿੱਥੇ ਉਹ ਲੀਗਲੀ ਤੌਰ ਤੇ ਐਂਟਰ ਕਰ ਸਕਦਾ ਸੀ। ਇਹ ਰਾਤ ਨੂੰ ਕਿਸੇ ਘਰ 'ਚ ਐਂਟਰ ਕਰਦਾ ਹੈ ਜਿੱਥੇ ਉਹਦਾ ਅਧਿਕਾਰ ਸੀਗਾ, ਉਹ ਲੀਗਲੀ ਤੌਰ ਤੇ ਐਂਟਰ ਕਰ ਸਕਦਾ ਸੀਗਾ ਘਰ ਦੇ ਵਿੱਚ, ਉਸ ਦੇ ਵਿੱਚ। जेड इन गुड फेथ, जेड की करता है, जेड ਨੂੰ ਪਤਾ ਲੱਗਦਾ ਵੀ ਇਹ ਪਤਾ ਨਹੀਂ ਕੌਣ ਚੋਰੀ ਕਰਨ ਦੇ ਲਈ ਸਾਡੇ ਘਰ 'ਚ ਐਂਟਰ ਕਰ ਗਿਆ, ਠੀਕ ਹੈ, ਪਤਾ ਨਹੀਂ ਕੌਣ ਵਿਅਕਤੀ ਹੈ, ਉਹ ਪਹਿਚਾਨ ਨਹੀਂ ਪਾਉਂਦਾ। जेड इन गुड फेथ टेकिंग ए फॉर ए हाउस ब्रेकर अटैक्स ए, ਉਹਨੂੰ ਚੋਰ ਸਮਝਦੇ ਹੋਏ ਉਹਦੇ ਉੱਪਰ ਅਟੈਕ ਕਰ ਦਿੰਦਾ ਹੈ, ਜਿਹੜਾ जेड ਹੈਗਾ ਅਟੈਕ ਕਰ ਦਿੰਦਾ ਇਹਦੇ ਉੱਪਰ। ਹੁਣ ਇੱਥੇ ਇਹ ਨਹੀਂ ਕਹਿ ਸਕਦੇ ਵੀ ਇਹ ਤਾਂ ਯਾਰ ਇਹ ਤਾਂ ਆਪਦੇ ਘਰ 'ਚ ਐਂਟਰ ਕਰ ਸਕਦਾ ਸੀ, ਇੰਟਾਈਟਲ ਸੀਗਾ, ਉਹਦੇ ਉੱਪਰ ਅਟੈਕ ਕਿਉਂ ਕੀਤਾ, ਤੁਸੀਂ ਦੋਸ਼ੀ ਹੋ, ਨਹੀਂ। ਪਰ ਇਹ ਗੁੱਡ ਫੇਥ ਦੇ ਵਿੱਚ ਹੇਅਰ ਜੈਡ ਬਾਈ ਅਟੈਕਿੰਗ ਏ ਅੰਡਰ ਦਿਸ ਮਿਸਕਨਸੈਪਸ਼ਨ, ਗਲਤ ਫਹਿਮੀ ਦੇ ਵਿੱਚ ਉਹਦੇ ਤੋਂ ਅਟੈਕ ਹੋ ਗਿਆ
ਇਹਦੇ ਉੱਪਰ ਜੱਜ ਵੱਲੋਂ ਇਹਦੇ ਉੱਪਰ ਗਲਤੀ ਨਾਲ ਮਿਸਕਨਸੈਪਸ਼ਨ ਦੇ ਵਿੱਚ ਜਿਹੜਾ ਹੈਗਾ ਅਟੈਕ ਹੋਇਆ। ਜੇ ਇੱਥੇ ਇਹਨੂੰ ਕੋਈ ਮਤਲਬ ਇੰਜਰੀ ਹੁੰਦੀ ਹੈ, ਕੋਈ ਸੱਟ ਲੱਗਦੀ ਹੈ, ਤਾਂ ਜਿਹੜਾ ਜੱਜ ਹੈਗਾ ਇੱਥੇ ਇਸ ਗੱਲ ਦਾ, ਇਸ ਸੈਕਸ਼ਨ ਦਾ ਬੈਨੀਫਿਟ ਲੈ ਸਕਦਾ ਹੈ, ਰਾਈਟ ਆਫ ਪ੍ਰਾਈਵੇਟ ਡਿਫੈਂਸ ਅਗੇਂਸਟ ਦ ਐਕਟ ਆਫ ਏ ਪਰਸਨ ਆਫ ਅਨਸਾਊਂਡ ਮਾਈਂਡ। ਇਸ ਸੈਕਸ਼ਨ 98 ਦੇ ਤਹਿਤ ਉਹ ਗਲਤਫਹਿਮੀ ਹੋ ਗਈ ਉਸਨੂੰ। ਮਿਸਕਨਸੈਪਸ਼ਨ ਵਰਡ ਵੀ ਇਹ 'ਚ ਯੂਜ਼ ਕੀਤਾ ਗਿਆ ਵਰਡ, ਇਹਦੇ ਵਿੱਚ ਜਿਹੜਾ ਸੈਕਸ਼ਨ 98 ਹੈ ਮਿਸਕਨਸੈਪਸ਼ਨ, ਠੀਕ ਹੈ। ਅਨਸਾਊਂਡਨੈਸ ਮਾਈਂਡ ਤੇ ਇੰਟੌਕਸੀਕੇਸ਼ਨ ਵੀ ਵਰਡ ਯੂਜ਼ ਕੀਤਾ ਗਿਆ, ਤੇ ਗਲਤਫਹਿਮੀ ਮਿਸਕਨਸੈਪਸ਼ਨ ਵਰਡ ਵੀ ਯੂਜ਼ ਕੀਤਾ ਗਿਆ। ਗਲਤਫਹਿਮੀ ਦੇ ਨਾਲ ਜੇ ਕਿਸੇ ਬੰਦੇ ਵੱਲੋਂ ਆਪਦਾ ਰਾਈਟ ਆਫ ਡਿਫੈਂਸ ਯੂਜ਼ ਕਰਨ ਦੇ ਲਈ ਕੋਈ ਨੁਕਸਾਨ ਦੂਜੇ ਦਾ ਹੋ ਜਾਵੇ, ਤਦ ਵੀ ਉਹ ਬੰਦਾ ਇਸ ਸੈਕਸ਼ਨ ਦਾ 98 ਦਾ ਬੈਨੀਫਿਟ ਲੈ ਸਕਦਾ ਹੈ। ਨੈਕਸਟ ਹੈ ਸੈਕਸ਼ਨ 99। ਸੈਕਸ਼ਨ 99 ਚ ਕੀ ਹੈ ਜੀ? ਐਕਟਸ ਅਗੇਂਸਟ ਵਿਚ देयर इज नो राइट ऑफ प्राइवेट डिफेंस। हाँ देखो ਸੈਕਸ਼ਨ 99 ਹੈਗਾ ਵੀ ਕਿਹੜੇ ਐਕਟ ਹੈਗੇ ਨੇ ਜਿਹਦੇ ਵਿੱਚ ਅਸੀਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਨਹੀਂ ਯੂਟਿਲਾਈਜ਼ ਕਰ ਸਕਦੇ, ਨਹੀਂ ਇਹਦਾ ਬੈਨੀਫਿਟ ਲੈ ਸਕਦੇ। ਮਤਲਬ ਕਿ ਇਹਦਾ ਬੈਨੀਫਿਟ ਕਿਹੜੇ ਕਾਰਨ ਹੈਗੇ ਇਹਨਾਂ 'ਚ ਨਹੀਂ ਹੋ ਸਕਦਾ। ਕੀ ਆ ਸੈਕਸ਼ਨ 99 ਦਾ 1A ਪਹਿਲਾ ਹੈਗਾ ਇਹਦਾ ਪੁਆਇੰਟ, ਇਹਦੇ ਵਿੱਚ ਕੀ ਹੈਗਾ? ਜੇ ਕੋਈ ਪਬਲਿਕ ਆਫੀਸਰ ਜਿਹਦੀ ਡਿਊਟੀ ਹੈਗੀ ਹੈ, ਕੋਈ ਕੰਮ ਕਰਦਾ ਹੈ, ਠੀਕ ਹੈ, ਤੁਸੀਂ ਉਹਦਾ ਕੋਈ ਨੁਕਸਾਨ ਕਰ ਦਿੰਦੇ ਹੋ। ਪਬਲਿਕ ਆਫੀਸਰ ਡਿਊਟੀ ਬਾਉਂਡ ਹੈ, ਕੋਈ ਕੰਮ ਕਰਦਾ ਹੈ, ਠੀਕ ਹੈ, ਤੁਹਾਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੁਝ ਹੋਰ ਗੱਲ ਕਰਦਾ ਹੈਗਾ, ਬੀਇੰਗ ਏ ਡਿਊਟੀ ਆਫੀਸਰ, ਤੇ ਤਦ ਤੁਸੀਂ ਉਹਦਾ ਕੋਈ ਨੁਕਸਾਨ ਕਰ ਦਿੰਦੇ ਹੋ ਤਾਂ ਉਹਦੇ ਸਰਟੀਫਿਕੇਟ ਮਾਰਦੇ ਹੋ, ਤਾਂ ਤੁਸੀਂ ਇਸ ਸੈਕਸ਼ਨ ਦਾ ਬੈਨੀਫਿਟ ਨਹੀਂ ਲੈ ਸਕਦੇ, ਠੀਕ ਹੈ ਜੀ। ਸੈਕਸ਼ਨ 99 ਦੇ ਵਿੱਚ ਤੁਸੀਂ ਬੈਨੀਫਿਟ ਨਹੀਂ ਲੈ ਸਕਦੇ। ਇਸੇ ਤਰ੍ਹਾਂ ਜੇ ਕੋਈ ਪਬਲਿਕ ਆਫੀਸਰ ਦੀ ਡਾਇਰੈਕਸ਼ਨ ਦੇ ਉੱਪਰ, ਜਿਵੇਂ ਕਿਸੇ SHO ਨੇ ਜਾਂ ਕਿਸੇ ਇੰਸਪੈਕਟਰ ਨੇ ਕਿਸੇ ਆਪਣੇ ਸਿਪਾਹੀ ਨੂੰ ਕਿਹਾ, ਹੌਲਦਾਰ ਨੂੰ ਕਿਹਾ ਵੀ ਇਹਨੂੰ ਪਕੜੋ, ਠੀਕ ਹੈ, ਉਹਦੀ ਇੰਸਟਰਕਸ਼ਨ ਦੇ ਉੱਪਰ ਕੋਈ ਵਿਅਕਤੀ ਦੂਜੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਜਾਂ ਤੁਸੀਂ ਉਹਦਾ ਕੋਈ ਐਕਟ ਕਰਦਾ ਇੱਦਾਂ ਦਾ, ਤਾਂ ਜਿਹੜਾ ਜਿਹਦੇ ਅਗੇਂਸਟ ਐਕਟ ਹੋ ਰਿਹਾ ਹੁੰਦਾ ਉਹਦੇ ਕੋਈ ਸਰਟੀਫਿਕੇਟ ਮਾਰਦਾ ਹੈ, ਠੀਕ ਹੈ, ਤਾਂ ਉਹ ਇਸ ਜਿਹੜਾ ਸਰਟੀਫਿਕੇਟ ਮਾਰਦਾ ਬੰਦਾ, ਉਹ ਇਸ ਸੈਕਸ਼ਨ ਦਾ ਬੈਨੀਫਿਟ ਨਹੀਂ ਲੈ ਸਕਦਾ। ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਜਿਹੜੀ ਹੈਗੀ ਉਸਨੂੰ ਇੱਥੇ ਨਹੀਂ ਮਿਲੇਗਾ। ਪਰ ਦੂਜੇ ਪੁਆਇੰਟ ਦੋਨੋਂ ਗੱਲ ਇਹਦੇ ਸੈਕਸ਼ਨ 'ਚ ਕਿਹਾ ਗਿਆ, ਪਰ ਕਹਿੰਦਾ ਉਹਨੂੰ ਇੰਨਾ ਖਤਰਾ ਨਾ ਹੋਵੇ ਵੀ ਉਹਨੂੰ ਮੌਤ ਦਾ ਖਤਰਾ ਹੋਵੇ, ਵੀ ਉਹਨੂੰ ਮਾਰ ਸਕਦਾ ਹੈ ਜਾਂ ਫਿਰ ਉਸਨੂੰ ਗ੍ਰੀਵੀਅਸ ਹਰਟ ਕਰ ਸਕਦਾ ਹੈ, ਠੀਕ ਹੈ, ਗ੍ਰੀਵੀਅਸ ਹਰਟ ਜਾਂ ਡੈਥ ਦਾ ਖਤਰਾ ਨਾ ਹੋਵੇ ਉਸਨੂੰ, ਬਾਕੀ ਕੋਈ ਖਤਰਾ ਹੋਵੇ, ਠੀਕ ਹੈ, ਤਾਂ ਗ੍ਰੀਵੀਅਸ ਹਰਟ ਦਾ ਗ੍ਰੀਵੀਅਸ ਹਰਟ ਤੇ ਮੌਤ ਦਾ ਖਤਰਾ ਨਾ ਹੋਵੇ, ਤਾਂ ਉਹ ਇਸ ਗੱਲ ਦਾ ਬੈਨੀਫਿਟ ਨਹੀਂ ਲੈ ਸਕਦਾ ਜੇ ਕੋਈ ਸਰਕਾਰੀ ਆਫੀਸਰ ਕਿਸੇ ਵਿਅਕਤੀ ਖਿਲਾਫ ਕੋਈ ਐਕਟ ਕਰਦਾ ਹੈ। ਪਰ ਜੇ ਸਰਕਾਰੀ ਆਫੀਸਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਗੋਲੀ ਮਾਰ ਦੇਗਾ ਮੰਨ ਲਓ, ਠੀਕ ਹੈ, ਤਦ ਉਹ ਬੰਦੇ ਨੂੰ ਖਤਰਾ ਹੋਵੇ, ਤਦ ਉਹਦਾ ਬੈਨੀਫਿਟ ਲੈ ਸਕਦਾ ਹੈ। ਦੋਨੋਂ ਕੇਸਾਂ 'ਚ ਨਹੀਂ ਲੈ ਸਕਦਾ ਨਾ, ਸਿਰਫ ਡੈਥ ਨੂੰ ਛੱਡ ਕੇ ਤੇ ਗ੍ਰੀਵੀਅਸ ਹਾਰਟ ਨੂੰ ਛੱਡ ਕੇ ਬਾਕੀ ਕੇਸਾਂ 'ਚ ਉਹ ਬੈਨੀਫਿਟ ਨਹੀਂ ਲੈ ਸਕਦਾ, ਇੱਥੇ ਬੈਨੀਫਿਟ ਲੈ ਸਕਦਾ। ਤੀਸਰਾ ਹੈਗਾ, ਜੇਕਰ ਉਹਦੇ ਕੋਲੇ, ਤੀਸਰਾ ਪੈਰਾ ਹੈਗਾ, ਜੇਕਰ ਉਹਦੇ ਕੋਲ ਸਮਾਂ ਸੀਗਾ, ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ, ਉਹਨੂੰ ਲੱਗਦਾ ਹੈ ਮੇਰੇ ਖਿਲਾਫ ਕੋਈ ਐਕਟ ਹੋਏਗਾ, ਮੇਰਾ ਕੋਈ ਨੁਕਸਾਨ ਹੋਏਗਾ, ਮੈਨੂੰ ਕੋਈ ਇੰਜਰੀ ਹੋਏਗੀ, ਮੈਨੂੰ ਜਾਂ ਮੇਰੀ ਪ੍ਰਾਪਰਟੀ ਨੂੰ ਕੋਈ ਇੰਜਰੀ ਹੋਏਗੀ, ਜੇ ਉਸ ਵਿਅਕਤੀ ਕੋਲੇ ਸਮਾਂ ਹੈਗਾ, ਅਥਾਰਟੀਜ਼ ਨੂੰ, ਕੰਸਰਨਡ ਅਥਾਰਟੀਜ਼ ਨੂੰ ਮਤਲਬ ਕਿ ਇਨਫੋਰਮੇਸ਼ਨ ਦੇਣ ਦਾ ਜੇ ਕੋਈ ਸਮਾਂ ਹੈਗਾ, ਪਰ ਸਮਾਂ ਹੁੰਦੇ ਹੋਏ ਪਰ ਫਿਰ ਵੀ ਉਹ ਉਸ ਦੂਜੇ ਵਿਅਕਤੀ ਦਾ ਨੁਕਸਾਨ ਕਰ ਦਿੰਦਾ ਹੈ, ਉਹਦੇ ਸਰਟੀਫਿਕੇਟ ਮਾਰ ਦਿੰਦਾ ਹੈ, ਤਾਂ ਫਿਰ ਉਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਬੈਨੀਫਿਟ ਹੈ ਨਹੀਂ ਲੈ ਸਕਦਾ, ਕਿਉਂਕਿ ਉਹਦਾ ਫਰਜ਼ ਬਣਦਾ ਸੀ, ਉਹਦੇ ਕੋਲ ਸਮਾਂ ਸੀਗਾ, ਉਹ ਕੰਸਰਨਡ ਅਥਾਰਟੀਜ਼ ਨੂੰ ਮਤਲਬ ਕਿ ਇਨਫੋਰਮ ਕਰਦਾ ਤਾਂ ਕਿ ਕੰਸਰਨਡ ਅਥਾਰਟੀ ਆਪਣੀ ਕਾਰਵਾਈ ਕਰਦੀ। ਪਰ ਸਮਾਂ ਰਹਿੰਦੇ ਹੋਏ ਵੀ ਜੇ ਅਸੀਂ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਹਾਂ, ਠੀਕ ਹੈ, ਸਾਨੂੰ ਇੰਨਾ ਖਤਰਾ ਵੀ ਨਹੀਂ ਹੁੰਦਾ, ਤੇ ਫਿਰ ਵੀ ਅਸੀਂ ਦੂਜੇ ਵਿਅਕਤੀ ਦਾ ਕੋਈ ਨੁਕਸਾਨ ਕਰਦੇ ਹਾਂ, ਤਾਂ ਅਸੀਂ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਬੈਨੀਫਿਟ ਨਹੀਂ ਲੈ ਸਕਦੇ। ਅੱਗੇ ਇਹਦਾ ਹੈਗਾ ਪੈਰਾ ਇੱਕ ਹੈਗਾ, ਐਕਸਟੈਂਟ ਟੂ ਵਿਚ ਦਾ ਰਾਈਟ ਮੇ ਬੀ ਐਕਸਰਸਾਈਜ਼। ਕਹਿੰਦਾ ਕਿਸ ਹੱਦ ਤੱਕ ਅਸੀਂ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕਿਸ ਹੱਦ ਤੱਕ ਅਸੀਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਹੈਗਾ ਬੈਨੀਫਿਟ ਲੈ ਸਕਦੇ ਹਾਂ। ਉਹਦੀ ਹੱਦ ਕਿੰਨੀ ਕੁ ਹੋ ਸਕਦੀ ਹੈ? ਉਹਦੀ ਹੱਦ ਉਨੀ ਕੁ ਹੋ ਸਕਦੀ ਹੈ ਜਿੰਨਾ ਕੁ ਤੁਹਾਨੂੰ ਖਤਰਾ ਹੋਵੇ, ਠੀਕ ਹੈ। ਜੇ ਤੁਹਾਡੇ ਆਲਾ ਥੱਪੜ ਮਾਰਦਾ, ਤੁਸੀਂ ਉਹਦੇ ਥੱਪੜ ਮਾਰ ਸਕਦੇ ਹੋ, ਠੀਕ ਹੈ, ਤੁਹਾਨੂੰ ਹੋਰ ਕੋਈ ਸਰਟੀਫਿਕੇਟ ਮਾਰਨ ਦੀ ਲੱਗਦਾ ਤਾਂ ਤੁਸੀਂ ਉਹ ਮਾਰ ਸਕਦੇ ਹੋ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਅਗਲਾ ਤਾਂ ਬਹੁਤ ਛੋਟਾ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਪਰ ਤੁਸੀਂ ਉਹਦਾ ਬਹੁਤ ਵੱਡਾ ਨੁਕਸਾਨ ਕਰ ਦਿਓ। ਇੱਥੇ ਇਸ ਜਿਹੜੀ ਫਿਰ ਇਹਦੀ ਹੈਗੀ ਹੈ, ਇਹ ਉਹ ਐਕਸਟੈਂਟ ਤੋਂ ਬਾਹਰ ਚਲਾ ਜਾਂਦਾ ਹੈ। ਐਕਸਟੈਂਟ ਟੂ ਵਿਚ ਦਾ ਰਾਈਟ ਮੇ ਬੀ ਐਕਸਰਸਾਈਜ਼ ਮੋਰ ਹਾਰਮ ਦੈਨ ਇਟ ਇਜ਼ ਨੈਸੈਸਰੀ। ਉਨੀ ਨਹੀਂ ਹੋ ਸਕਦੀ ਜਿੰਨੀ ਜ਼ਰੂਰਤ ਹੋਵੇ, ਜ਼ਰੂਰਤ ਦੇ ਮੁਤਾਬਕ ਹੀ ਤੁਸੀਂ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰ ਸਕਦੇ ਹੋ।
फिर इत्थे आके इन्हें कहता भी जे कोई राइट ऑफ एक्सप्लेनेशन बन चुका है भी अ पर्सन इज नॉट डिप्राइव्ड ऑफ राइट ऑफ प्राइवेट डिफेंस डन बाय पब्लिक सर्वेंट ही नोज और हैज रीजन टू बिलीव दैट द पर्सन डूइंग सच जे उन्होंने ਇਹ ਨਾ ਪਤਾ ਹੋਵੇ ਕੋਈ ਸਰਕਾਰੀ ਆਫੀਸਰ ਕੋਈ ਕਾਰਵਾਈ ਕਰ ਰਿਹਾ ਹੈ ਪਰ ਉਹਨੂੰ ਪਤਾ ਨਹੀਂ ਸੀਗਾ ਵੀ ਇਹ ਸਰਕਾਰੀ ਆਫੀਸਰ ਹੈ ਇਹ ਡਿਊਟੀ ਬਾਉਂਡ ਹੈਗਾ ਇਹ ਗੱਲ ਦਾ ਨਾ ਪਤਾ ਹੋਵੇ ਤਦ ਉਹ ਆਪਣਾ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ ਲੈ ਸਕਦਾ ਹੈ ਇਸ ਤਰ੍ਹਾਂ ਐਕਸਪ੍ਰੈਸ਼ਨ 2 ਦੇ ਵਿੱਚ ਕੀ ਕਿਹਾ ਗਿਆ ਕਿਸੇ ਪਬਲਿਕ ਆਫੀਸਰ ਨੇ ਕਿਸੇ ਆਪਦੇ ਕਿਸੇ ਸਬਆਰਡੀਨੇਟਸ ਨੂੰ ਕੋਈ ਡਾਇਰੈਕਸ਼ਨ ਦਿੱਤੀ ਵੀ ਤੁਸੀਂ ਆਹ ਕੰਮ ਕਰੋ ਪਰ ਜਿਹਦੇ ਖਿਲਾਫ ਕੋਈ ਕੰਮ ਹੋ ਰਿਹਾ ਹੈਗਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਡਿਊਟੀ ਬਾਉਂਡ ਆਫੀਸਰ ਹੈ ਜਾਂ ਡਿਊਟੀ ਡਾਇਰੈਕਸ਼ਨ ਦੇ ਅਗੇਂਸਟ ਇਹ ਬਾਉਂਡ ਹੈਗਾ ਤੇ ਉਹ ਸਰਕਾਰੀ ਸਮਝਦਾ ਵੀ ਤਾਂ ਪਤਾ ਨਹੀਂ ਕੌਣ ਹੈ ਕੌਣ ਨਹੀਂ ਮੈਨੂੰ ਕੋਈ ਨੁਕਸਾਨ ਕਰਨ ਦੇ ਲਈ ਆਇਆ ਹੈਗਾ ਤਦ ਵੀ ਉਹ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਬੈਨੀਫਿਟ ਹੈ ਲੈ ਸਕਦਾ ਹੈ ਅੱਗੇ ਸੈਕਸ਼ਨ 100 ਹੈ ਜੀ when the right of private defense of the body extends to causing death ਦੇਖੋ ਰਾਈਟ ਆਫ ਪ੍ਰਾਈਵੇਟ ਡਿਫੈਂਸ ਲੈਂਦੇ ਲੈਂਦੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਰਾਈਟ ਆਫ ਪ੍ਰਾਈਵੇਟ ਡਿਫੈਂਸ ਲੈਂਦੇ ਲੈਂਦੇ ਜਦੋਂ ਆਪਣੇ ਤੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਇਹ ਬਹੁਤ ਇੰਪੋਰਟੈਂਟ ਸੈਕਸ਼ਨ ਹੈਗੀ ਹੈ 100 ਜਿਹੜੀ ਮਤਲਬ ਕਿ ਇਨ ਪ੍ਰੈਕਟੀਕਲ ਜਿਹੜੇ ਇਹ ਕ੍ਰਿਮੀਨਲ ਲਾਇਰ ਹੈਗੇ ਆ ਯੂਜ਼ ਕਰਦੇ ਨੇ ਠੀਕ ਹੈ ਅਕਸਰ ਮਿਸ ਹੈਪਨਿੰਗਸ ਹੁੰਦੀਆਂ ਨੇ ਕਈ ਵਾਰੀ ਮੇਬੀ ਇਹਦਾ ਬੈਨੀਫਿਟ ਕਿਸੇ ਜਿਹੜਾ ਹੈਗਾ ਪਾਰਟੀ ਨੂੰ ਮਿਲਦਾ ਹੈ ਕਈ ਵਾਰੀ ਨਹੀਂ ਮਿਲਦਾ ਪਰ ਇਹ ਆਪਾਂ ਕਲੀਅਰ ਕਰਦੇ ਹਾਂ ਸੈਕਸ਼ਨ 100 ਕਹਿੰਦੀ ਕੀ ਹੈ ਜਦੋਂ ਕੋਈ ਰਾਈਟ ਆਫ ਪ੍ਰਾਈਵੇਟ ਡਿਫੈਂਸ ਅਸੀਂ ਯੂਜ਼ ਕਰਦੇ ਹਾਂ ਤਾਂ ਦੂਜੇ ਵਿਅਕਤੀ ਦਾ ਜਦੋਂ ਕੋਈ ਨੁਕਸਾਨ ਹੁੰਦੇ ਉਹਦਾ ਮੌਤ ਹੋ ਜਾਂਦੀ ਹੈ ਤਾਂ ਉਹ ਕਿਹੜੇ ਕਿਹੜੇ ਜਿਹਦੇ ਵਿੱਚ ਅਸੀਂ ਬੈਨੀਫਿਟ ਇਹ ਲੈ ਸਕਦੇ ਹਾਂ ਤਾਂ ਕਿਹੜੇ ਕਿਹੜੇ ਕਾਰਨ ਹੈਗੇ ਆ ਫਸਟ ਕੀ ਹੈਗਾ ਸੱਚ ਐਨ ਅਸਾਲਟ ਸੱਚ ਐਨ ਅਸਾਲਟ ਸਾਡੇ ਤੇ ਇੰਨਾ ਕੁ ਵੱਡਾ ਹਮਲਾ ਹੋ ਜਾਵੇ ਠੀਕ ਹੈ ਦੂਜੇ ਵਿਅਕਤੀ ਵੱਲੋਂ ਦੇਖੋ ਇੱਥੇ ਅਸੇਲੈਂਟ ਵਰਡ ਯੂਜ਼ ਕੀਤਾ ਗਿਆ ਅਸੇਲੈਂਟ ਕੌਣ ਹੈ ਅਸੇਲੈਂਟ ਜਿਹੜਾ ਤੁਹਾਡਾ ਦੇ ਉੱਪਰ ਕੋਈ ਤੁਹਾਡੇ ਤੇ ਹਮਲਾ ਕਰ ਰਿਹਾ ਹੈ ਉਹਨੂੰ ਅਸੇਲੈਂਟ ਕਹਿੰਦੇ ਆ ਅਸਾਲਟ ਕੀ ਹੁੰਦਾ ਹੈ ਜਿਹੜਾ ਹਮਲਾ ਹੋ ਕੇ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਹੋਗੀ ਉਹ ਅਸਾਲਟ ਹੋਗੀ ਅਸੇਲੈਂਟ ਜਿਹੜਾ ਵਿਅਕਤੀ ਤੁਹਾਡੇ ਖਿਲਾਫ ਕੋਈ ਹਮਲਾ ਕਰ ਰਿਹਾ ਹੈ ਉਹਨੂੰ ਅਸੇਲੈਂਟ ਕਹਾਂਗੇ ਅਸਾਲਟ ਜਿਹੜਾ ਵਰਕ ਡਨ ਹੋ ਗਿਆ ਉਹ ਅਸਾਲਟ ਹੋ ਗਿਆ ਇਹਦੇ ਵਿੱਚ ਫਸਟ ਵਿੱਚ ਕੀ ਹੈਗਾ ਸੱਚ ਐਨ ਅਸਾਲਟ ਐਜ਼ ਮੇ ਬੀ ਰੀਜ਼ਨੇਬਲੀ ਕਾਜ਼ ਦਾ ਐਪਰੀਹੈਂਸ਼ਨ that the death will otherwise be the consequence of such assault ਵੀ ਖਤਰਾ ਹੈਗਾ ਉਸ ਵਿਅਕਤੀ ਨੂੰ ਵੀ ਮੇਰੀ ਤਾਂ ਹੁਣ ਮੌਤ ਹੋਏਗੀ ਠੀਕ ਹੈ ਇਹ ਬੰਦੇ ਨੇ ਮੇਰੇ ਤੇ ਹਮਲਾ ਕਰਤਾ ਹੈ ਇਦਾਂ ਦਾ ਵੀ ਮੈਨੂੰ ਇਸਨੇ ਮਾਰ ਦੇਣਾ ਹੈ ਤਦ ਉਹ ਬੰਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਜੇ ਕਰਦਾ ਹੈ ਤਾਂ ਦੂਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਮਤਲਬ ਕਿ ਜਿਹੜਾ ਹੈਗਾ ਅਟੈਕ ਕਰਨ ਵਾਲਾ ਵਿਅਕਤੀ ਹੈ ਉਹਦੀ ਮੌਤ ਹੋ ਜਾਂਦੀ ਹੈ ਤਾਂ ਇੱਥੇ ਆ ਕੇ ਉਹਦਾ ਜਿਹੜਾ ਬੈਨੀਫਿਟ ਹੈਗਾ ਫਸਟ ਕਲੌਜ਼ ਦੇ ਵਿੱਚ ਬੰਦਾ ਲੈ ਸਕਦਾ ਹੈ ਜੇ ਉਸਨੇ ਜਾਣਬੁੱਝ ਕੇ ਉਹਨੂੰ ਨਾ ਮਾਰਿਆ ਹੋਵੇ ਪਰ ਉਸਨੂੰ ਪਤਾ ਹੋਵੇ ਜੇ ਮੈਂ ਨਾ ਇਹਨੂੰ ਮਾਰਿਆ ਤਾਂ ਇਹ ਮੈਨੂੰ ਮਾਰ ਦੇਗਾ ਇਸ ਕਰਕੇ ਉਹਦਾ ਬੈਨੀਫਿਟ ਇਹ ਲੈ ਸਕਦਾ ਹੈ ਫਸਟ ਕਲੌਜ਼ ਦੇ ਵਿੱਚ ਸੈਕੰਡਲੀ ਕਲੌਜ਼ ਕੀ ਹੈ ਗ੍ਰੀਵੀਅਸ ਹਰਟ ਐਪਰੀਹੈਂਸ਼ਨ ਹੋ ਜਾਵੇ ਉਸ ਵਿਅਕਤੀ ਨੂੰ ਜਿਹਦੇ ਖਿਲਾਫ ਜਿਹਦੇ ਉੱਤੇ ਅਟੈਕ ਹੋਇਆ ਉਹਨੂੰ ਇਹ ਡਰ ਹੋ ਜਾਵੇ ਮੇਰੀ ਗ੍ਰੀਵੀਅਸ ਹਰਟ ਮੇਰੀ ਲੱਤ ਵੱਢ ਦੇਣੀ ਹੈ ਜਾਂ ਮੇਰੇ ਸਿਰ ਪਾੜ ਦੇਣਾ ਇਸਨੇ ਠੀਕ ਹੈ ਮੈਨੂੰ ਮਤਲਬ ਵੱਡੇ ਪੱਧਰ ਤੇ ਜ਼ਖਮੀ ਕਰ ਦੇਣਾ ਹੈਗਾ ਤਦ ਵੀ ਜੇ ਉਹ ਬੰਦਾ ਆਪਣਾ ਬੈਨੀਫਿਟ ਲੈਣ ਦੀ ਖਾਤਰ ਆਪਣਾ ਬਚਾਓ ਕਰਨ ਦੀ ਖਾਤਰ ਦੂਜੇ ਬੰਦੇ ਦਾ ਉੱਪਰ ਹਮਲਾ ਕਰਦਾ ਹੈ ਉਹਦੀ ਡੈਥ ਹੋ ਜਾਂਦੀ ਹੈ ਤਦ ਵੀ ਉਹ ਇਸ ਗੱਲ ਦਾ ਬੈਨੀਫਿਟ ਲੈ ਸਕਦਾ ਸੈਕੰਡ ਪ੍ਰੋਵੀਜ਼ਨ ਦੇ ਵਿੱਚ ਨੈਕਸਟ ਹੈ ਕਮਿਟਿੰਗ ਦਾ ਰੇਪ ਕੋਈ ਜਿਹੜਾ ਅਟੈਕ ਕਰਨ ਵਾਲਾ ਵਿਅਕਤੀ ਹੈ ਉਹ ਕਿਸੇ ਲੇਡੀ ਦੇ ਅਗੇਂਸਟ ਕੋਈ ਰੇਪ ਕਰਦਾ ਹੈ ਠੀਕ ਹੈ ਤਾਂ ਲੇਡੀ ਆਪਣੇ ਬਚਾਓ ਦੀ ਖਾਤਰ ਜੇ ਉਹਦੇ ਤੇ ਕੋਈ ਹਮਲਾ ਕਰਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਤਦ ਵੀ ਇਸ ਗੱਲ ਦਾ ਲੇਡੀ ਇਹ ਬੈਨੀਫਿਟ ਲੈ ਸਕਦੀ ਹੈ ਜੇ ਕੋਈ ਜ਼ਬਰਦਸਤੀ ਕਰਨ ਦੀ ਖਾਤਰ ਰੇਪ ਕਰਨ ਦੀ ਕੋਸ਼ਿਸ਼ ਕਰਦਾ ਕੋਈ ਵਿਅਕਤੀ ਤਾਂ ਥਰਡ ਕਲਾਸ ਦੇ ਵਿੱਚ ਜੀ ਲੇਡੀ ਵੱਲੋਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਪਰਿਭਾਸ਼ਾ ਦੇ ਵਿੱਚ ਬੈਨੀਫਿਟ ਲਿਆ ਜਾ ਸਕਦਾ ਹੈ then ਹੈਗਾ ਜੀ fourthly an assault with the intention of gratifying the unnatural lust ਅਨਨੈਚੁਰਲ ਕੁਦਰਤੀ ਤੌਰ ਤੇ ਨਹੀਂ ਜਾਨ ਮਤਲਬ ਕਿ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਖਾਤਰ ਕੋਈ ਸਟਰੋਂਗ ਸੈਕਸ਼ੂਅਲ ਇੰਟਰਕੋਰਸ ਕਰਨ ਦੀ ਖਾਤਰ ਕਿਸੇ ਵਿਅਕਤੀ ਦੇ ਲੇਡੀ ਦੇ ਨਾਲ ਕੋਈ ਮਤਲਬ ਕਿ ਜ਼ਬਰਦਸਤੀ ਕਰਦਾ ਹੈਗਾ ਉਸ ਕੇਸ ਦੇ ਵਿੱਚ ਵੀ ਜਿਹੜੀ ਲੇਡੀ ਹੈਗੀ ਹੈ ਆਪਣਾ ਉਹਦਾ ਨੁਕਸਾਨ ਜੇ ਹੋ ਜਾਂਦਾ ਉਹਦੇ ਕੋਈ ਸੱਟ ਮਾਰਦੇ ਕੋਈ ਮਤਲਬ ਕਿ ਬੰਦੇ ਦਾ ਨੁਕਸਾਨ ਹੁੰਦਾ ਉਹਦੀ ਮੌਤ ਹੋ ਜਾਂਦੀ ਹੈ ਤਾਂ ਲੜਕੀ ਵੱਲੋਂ ਲੇਡੀ ਵੱਲੋਂ ਇਹ ਜਿਹੜਾ ਬੈਨੀਫਿਟ ਹੈਗਾ ਲਿਆ ਜਾ ਸਕਦਾ ਹੈਗਾ ਜਾਂ ਫਿਰ ਅਗਲਾ ਹੈਗਾ ਫਿਫਥਲੀ
ਕਿਡਨੈਪਿੰਗ ਔਰ ਅਬਡਕਟਿੰਗ, ਕਿਸ ਨੂੰ ਚੱਕ ਕੇ ਕੋਈ ਲੈ ਕੇ ਜਾਂਦਾ ਹੈ, ਫੜ ਲੈਂਦਾ ਹੈ ਲੈ ਕੇ ਜਾਣ ਦੀ ਖਾਤਰ, ਠੀਕ ਹੈ, ਉੱਥੇ ਉਹਦੇ ਬਚਾਓ ਦੀ ਖਾਤਰ ਕਿਸੇ ਵਿਅਕਤੀ ਵੱਲੋਂ ਜਿਹਨੂੰ ਉਠਾ ਕੇ ਲੈ ਕੇ ਜਾਇਆ ਜਾ ਰਿਹਾ ਹੈ ਉਹ ਬੰਦਾ ਆਪਦੇ ਡਿਫੈਂਸ ਦੀ ਖਾਤਰ ਕੋਈ ਯੂਜ਼ ਕਰਦਾ ਹੈ, ਫੋਰਸ ਯੂਜ਼ ਕਰਦਾ ਹੈ, ਦੂਜੇ ਬੰਦੇ ਦਾ ਨੁਕਸਾਨ ਹੁੰਦਾ ਹੈ, ਉਹਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਤਦ ਵੀ ਇਸ ਜਿਹੜਾ ਸੈਕਸ਼ਨ ਹੈਗਾ 100 ਇਹਦਾ ਬੈਨੀਫਿਟ ਲੈ ਸਕਦਾ ਹੈ ਜਿਹੜਾ ਜਿਹਦੇ ਅਗੇਂਸਟ ਅਸਾਲਟ ਹੋ ਰਿਹਾ ਹੈ। ਨੈਕਸਟ ਹੈ ਜੀ 6ਥਲੀ wrongful confining a person, ਕਿਸੇ ਵਿਅਕਤੀ ਨੂੰ ਗਲਤ ਤਰੀਕੇ ਦੇ ਨਾਲ ਕਨਫਾਈਨ ਕਰ ਲੈਣਾ, ਫੜ ਕੇ ਬਿਠਾ ਲੈਣਾ, ਫੜ ਕੇ ਬੰਦ ਕਰ ਲੈਣਾ ਕਿਸੇ ਕਮਰੇ ਦੇ ਵਿੱਚ, ਠੀਕ ਹੈ, wrongful confinement। ਉਸ ਕੇਸ ਦੇ ਵਿੱਚ ਜਿੱਥੇ ਵਿਅਕਤੀ ਨੂੰ ਲੱਗੇ ਡਰ ਹੋਵੇ ਵੀ ਮੈਂ ਹੁਣ ਇਸ ਤੋਂ ਇਲਾਵਾ ਜਦੋਂ ਮੈਨੂੰ ਇਹਨਾਂ ਨੇ ਫੜ ਕੇ ਇੱਥੇ ਰੱਖ ਲਿਆ ਤੇ ਮੈਂ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਦੇਣ ਦੇ ਯੋਗ ਨਹੀਂ ਹੈਗਾ ਤੇ ਮੇਰਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਅਨਏਬਲ ਟੂ ਹੈਵ ਰੀਕੋਰਸ ਟੂ ਦ ਪਬਲਿਕ ਅਥਾਰਟੀਜ਼ ਫਾਰ ਹਿਜ਼ ਰਿਲੀਜ਼, ਆਪਣੀ ਛਡਾਉਣ ਦੇ ਲਈ ਆਪਣੇ ਛੁੱਟਣ ਦੀ ਖਾਤਰ ਉਹ ਕਿਸੇ ਵੀ ਵਿਅਕਤੀ ਨੂੰ ਜਾਂ ਆਪਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਕੰਸਰਨਡ ਅਥਾਰਟੀ ਨੂੰ ਮਤਲਬ ਕਿ ਸੂਚਨਾ ਦੇਣ ਦੇ ਕਾਬਲ ਨਹੀਂ ਹੁੰਦਾ ਤੇ ਇਸ ਜਗ੍ਹਾ ਤੇ ਉਸ ਨੂੰ ਫੜ ਕੇ ਬਿਠਾ ਲਿਆ ਜਾਂਦਾ ਹੈ, ਬੰਨ੍ਹ ਲਿਆ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਤਾਂ ਉਹ ਆਪਣੇ ਬਚਾਅ ਦੀ ਖਾਤਰ ਜਦੋਂ ਕੋਈ ਕਿਸੇ ਦੇ ਅਗੇਂਸਟ ਕੋਈ ਫੋਰਸ ਯੂਜ਼ ਕਰਦਾ ਹੈ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ, ਤਾਂ ਵੀ ਇੱਥੇ ਆ ਕੇ ਇਹ ਜਿਹੜਾ ਬੈਨੀਫਿਟ ਹੈ ਲਿਆ ਜਾ ਸਕਦਾ ਹੈ ਉਸ ਵਿਅਕਤੀ ਵੱਲੋਂ। ਨੈਕਸਟ ਹੈ ਜੀ ਸੈਕਸ਼ਨ 101 when such right extends to causing any harm other than the death, ਜਦੋਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਕਰਦੇ ਡੈਥ ਤੋਂ ਇਲਾਵਾ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਹੈ, ਉਸ ਕੇਸ ਦੇ ਵਿੱਚ ਸੈਕਸ਼ਨ ਜਿਹੜਾ 100 ਹੈਗਾ ਉਹ ਤੋਂ ਛੱਡ ਕੇ if the offense be not of any description, right of private defense of the body does not extend to the voluntary causing of death to the assailant but does extend under the sections ਆਪਣਾ ਬਚਾਓ ਕਰਨ ਦੀ ਖਾਤਰ ਜਦੋਂ ਮੌਤ ਦੀ ਥਾਂ ਤੇ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਅਸੀਂ 101 ਸੈਕਸ਼ਨ ਦੇ ਤਹਿਤ ਵੀ ਜਿਹੜੀ ਹੈਗੀ ਹੈ ਜੇ ਉਹਨੂੰ ਕੋਈ ਨੁਕਸਾਨ ਹੁੰਦਾ ਹਾਰਮ ਹੁੰਦੀ ਹੈ ਉਹਦਾ ਬੈਨੀਫਿਟ ਲਿਆ ਜਾ ਸਕਦਾ ਹੈ। ਸੈਕਸ਼ਨ 102 ਕੀ ਕਹਿੰਦੇ ਜੀ ਕਮੈਂਸਮੈਂਟ ਐਂਡ ਕੰਟੀਨਿਊਸ ਆਫ ਰਾਈਟ ਆਫ ਪ੍ਰਾਈਵੇਟ ਡਿਫੈਂਸ, ਇਹ ਕਹਿੰਦੇ ਵੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਕਮੈਂਸਮੈਂਟ ਕਦੋਂ ਹੁੰਦੀ ਹੈ ਤੇ ਕਿੰਨੀ ਦੇਰ ਤੱਕ ਕੰਟੀਨਿਊ ਰਹਿੰਦਾ ਹੈ। ਸਿੰਪਲ ਜੀ ਭਾਸ਼ਾ ਹੈਗੀ ਹੈ ਵੀ ਕਮੈਂਸਮੈਂਟ ਕਦੋਂ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਖਤਰਾ ਹੋ ਜਾਂਦਾ ਹੈ, ਰਾਈਟ ਆਫ ਪ੍ਰਾਈਵੇਟ ਡਿਫੈਂਸ ਉਸੇ ਸਮੇਂ ਕਮੈਂਸ ਹੋ ਜਾਂਦਾ ਹੈ, ਮਤਲਬ ਕਿ ਜਿਵੇਂ ਆਪਾਂ ਕਹਿੰਦੇ ਵੀ ਕਾਨੂੰਨ ਕਦੋਂ ਲਾਗੂ ਹੋਇਆ, ਕਾਨੂੰਨ ਜਦੋਂ ਨੋਟੀਫਿਕੇਸ਼ਨ ਹੋ ਗਿਆ ਉਦੋਂ ਲਾਗੂ ਹੁੰਦਾ ਹੈ। ਰਾਈਟ ਆਫ ਪ੍ਰਾਈਵੇਟ ਡਿਫੈਂਸ ਕਦੋਂ ਸਟਾਰਟ ਹੁੰਦਾ ਹੈ ਜਦੋਂ ਤੁਹਾਨੂੰ ਖਤਰਾ ਹੋ ਗਿਆ ਉਦੋਂ ਸਟਾਰਟ ਹੋ ਜਾਂਦਾ ਹੈ। ਕੰਟੀਨਿਊ ਕਿੰਨੀ ਦੇਰ ਤੱਕ ਰਹਿੰਦਾ ਹੈ ਜਿੰਨੀ ਦੇਰ ਤੱਕ ਤੁਹਾਨੂੰ ਖਤਰਾ ਹੈਗਾ, ਜਿੰਨੀ ਦੇਰ ਤੱਕ ਚੋਰ ਤੁਹਾਡੇ ਘਰ 'ਚ ਵੜੇ ਹੋਏ ਨੇ ਜਾਂ ਬੰਦੇ ਨੇ ਤੁਹਾਨੂੰ ਘੇਰ ਕੇ ਰੋਕਿਆ ਹੋਇਆ ਹੈਗਾ, ਠੀਕ ਹੈ, ਚਾਰ ਬੰਦੇ ਨੇ ਘੇਰਾ ਪਾ ਕੇ ਤੁਹਾਨੂੰ ਰੋਕਿਆ ਹੋਇਆ ਹੈਗਾ, ਉਨੀ ਦੇਰ ਤੱਕ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ ਕੰਟੀਨਿਊ ਰਹਿੰਦਾ ਹੈ। ਇਹਦਾ ਮਤਲਬ ਇਹ ਹੈਗਾ ਇੱਥੇ ਅੱਗੇ ਵੀ ਬੰਦੇ ਦਾ ਜਿਹੜਾ ਖਤਰਾ ਸੀ ਉਹਦਾ ਟਲ ਗਿਆ, ਬਾਅਦ ਜਾ ਕੇ ਤੁਸੀਂ ਉਹਦੀ ਸੱਟਾਂ ਮਾਰਿਆ ਨੇ ਹੋ, ਠੀਕ ਹੈ, ਤਾਂ ਉਹ ਉੱਥੇ ਉਸ ਵੇਲੇ ਰਾਈਟ ਟੂ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਸੀਗਾ ਉਹ ਤਾਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀਗਾ ਜਦੋਂ ਤੁਹਾਨੂੰ ਅਗਲੇ ਨੇ ਜਾਣ ਦਿੱਤਾ, ਰਸਤੇ 'ਚ ਰੋਕ ਕੇ ਤੁਹਾਨੂੰ ਰੋਕਿਆ ਹੋਇਆ ਸੀ, ਤੁਸੀਂ ਆਪਦਾ ਲੰਘ ਕੇ ਕਿਸੇ ਪਾਸੋਂ ਆਗੇ ਨਿਕਲ ਗਏ ਆਗੇ ਉਸ ਜਗ੍ਹਾ ਤੋਂ, ਠੀਕ ਹੈ, ਰਾਈਟ ਆਫ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਹੈਗਾ ਉਸ ਟਾਈਮ ਤੇ ਖਤਮ ਹੋ ਚੁੱਕਿਆ। ਫਿਰ ਵਾਪਸ ਜਾ ਕੇ ਤੁਸੀਂ ਦੁਬਾਰਾ ਲੜਾਈ ਕਰਦੇ ਹੋ, ਯੂ ਕੈਨ ਨਾਟ ਗੈਟ ਦ ਬੈਨੀਫਿਟ ਆਫ ਰਾਈਟ ਆਫ ਪ੍ਰਾਈਵੇਟ ਡਿਫੈਂਸ। ਨੈਕਸਟ ਹੈ ਸੈਕਸ਼ਨ 103 when the right of private defense of the property extends to causing death। ਦੇਖੋ ਇੱਥੇ ਅੱਗੇ ਕਿਹਾ ਇਸਨੇ ਵੀ ਜਦੋਂ ਪਹਿਲਾਂ ਤਾਂ ਗੱਲ ਸੀਗੀ ਬੋਡੀ ਦੀ ਆਪਣੇ ਆਪ ਨੂੰ ਕੋਈ ਨੁਕਸਾਨ ਹੋਣ ਦੀ ਖਤਰਾ ਸੀਗਾ, ਜਿਹੜਾ ਆਪਾਂ ਸੈਕਸ਼ਨ 100 ਪੜਿਆ ਸੀਗਾ 100 ਦੇ ਵਿੱਚ ਜਿਹੜੇ ਕੋ ਆਪਾਂ ਪੜ੍ਹੇ ਸੀਗੇ ਐਪਰੀਹੈਂਸ਼ਨ ਡੈਥ ਦੀ ਐਪਰੀਹੈਂਸ਼ਨ ਸੀ, ਗਰੀਵੀਅਸ ਹਾਰਟ ਦੀ, ਰੇਪ ਦੀ, ਅਨਨੈਚੁਰਲ ਲਸਟ ਦੀ, ਕਿਡਨੈਪਿੰਗ ਦੀ ਸੀਗੀ, ਕਨਫਾਈਨਮੈਂਟ ਸੀ, ਰੌਂਗਫੁਲੀ ਕਨਫਾਈਨਮੈਂਟ ਸੀਗਾ, ਠੀਕ ਹੈ ਜੀ। ਇੱਥੇ ਆ ਕੇ ਇਹ ਤਾਂ ਹੈਗਾ ਸੀ ਤੁਹਾਡੀ ਹਿਊਮਨ ਬੋਡੀ ਨੂੰ ਨੁਕਸਾਨ ਹੋਣ ਦਾ ਖਤਰਾ, ਹੁਣ ਅਗਾ ਤੁਹਾਡੀ ਪ੍ਰੋਪਰਟੀ ਨੂੰ ਨੁਕਸਾਨ ਹੋਣ ਦੇ ਖਤਰੇ ਦੀ ਗੱਲ ਕਰਦੇ ਹਾਂ ਸੈਕਸ਼ਨ 102 ਦੇ ਵਿੱਚ। 103 ਦੇ ਵਿੱਚ ਜਦੋਂ ਪ੍ਰੋਪਰਟੀ ਨੂੰ ਨੁਕਸਾਨ ਹੋਣ ਦੇ ਖਤਰੇ ਦੇ ਨਾਲ ਨਾਲ ਦੂਜੇ ਬੰਦੇ ਦੀ ਡੈਥ ਹੋ ਜਾਂਦੀ ਹੈ, ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਜਿਹੜੇ ਦੂਜੇ ਬੰਦੇ ਦੀ ਡੈਥ ਹੋ ਜਾਂਦੀ ਹੈ, ਮਤਲਬ ਕਿ ਜਿਹੜਾ ਹਮਲਾ ਕਰਨ ਵਾਲਾ ਵਿਅਕਤੀ ਹੈ ਉਹਦੀ ਡੈਥ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਤੁਸੀਂ ਕਿੱਥੇ ਕਿੱਥੇ ਇਸ ਜਿਹੜਾ ਸੈਕਸ਼ਨ ਹੈ ਇਹਦਾ ਬੈਨੀਫਿਟ ਲੈ ਸਕਦੇ ਹੋ। ਸੈਕਸ਼ਨ 103 ਦੇ ਵਿੱਚ ਕਲੀਅਰ ਕੀਤਾ ਜਾਂਦਾ ਹੈ ਵੀ ਜਦੋਂ ਕੋਈ ਰੋਬਰੀ ਕਰਨ ਦੇ ਲਈ ਆਉਂਦਾ ਹੈ, ਰੋਬਰੀ ਮਤਲਬ ਡਕੈਤੀ, ਠੀਕ ਹੈ, ਡਕੈਤੀ ਕਾਹਦੇ ਲਈ ਕਰਨਾ ਹੈਗਾ, ਤੁਹਾਡੀ ਪ੍ਰਾਪਰਟੀ ਦਾ ਨੁਕਸਾਨ, ਪ੍ਰਾਪਰਟੀ ਚੁੱਕ ਕੇ ਲੈ ਕੇ ਜਾਏਗਾ, ਠੀਕ ਹੈ, ਲੁੱਟ ਕੇ ਲੈ ਕੇ ਜਾਏਗਾ, ਉਸ ਕੇਸ ਦੇ ਵਿੱਚ ਜੇ ਤੁਸੀਂ ਆਪਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਦੇ ਹੋ ਤੇ ਬੰਦੇ ਦੂਜੇ ਦੀ ਮੌਤ ਹੋ ਜਾਂਦੀ ਹੈ, ਜਿਹਦੇ ਅਗੇਂਸਟ ਇਹ ਰਾਈਟ ਯੂਜ਼ ਕੀਤਾ ਜਾਂਦਾ ਹੈ,
ਤਦ ਵੀ ਤੁਸੀਂ ਇਸ ਸੈਕਸ਼ਨ ਦੇ ਵਿੱਚ ਬੈਨੀਫਿਟ ਲੈ ਸਕਦੇ ਹੋ। ਇਸ ਤਰ੍ਹਾਂ ਰਾਤ ਨੂੰ ਤੁਹਾਡਾ ਘਰ ਕੋਈ ਬ੍ਰੇਕ ਕਰ ਰਿਹਾ ਹੈ, ਤੋੜ ਰਿਹਾ ਹੈ, ਪਾੜ ਲਗਾ ਰਿਹਾ ਹੈ, ਠੀਕ ਹੈ, ਪਾੜ ਲਗਾ ਕੇ ਅੰਦਰ ਵੜ ਗਿਆ ਤੇ ਪਾੜ ਲਗਾ ਕੇ ਅੰਦਰ ਵੜ ਕੇ ਉਹਦਾ ਮਕਸਦ ਤਾਂ ਹੈਗਾ ਥੋੜੀ ਪ੍ਰਾਪਰਟੀ ਚੁੱਕ ਕੇ ਲੈ ਕੇ, ਚੋਰੀ ਕਰਕੇ ਲੈ ਕੇ ਜਾਣ ਦਾ, ਠੀਕ ਹੈ, ਤੇ ਫਿਰ ਉੱਥੇ ਤੁਸੀਂ ਆਪਣੇ ਬਚਾਅ ਦੀ ਖਾਤਰ, ਪ੍ਰਾਪਰਟੀ ਦੇ ਬਚਾਅ ਦੀ ਖਾਤਰ ਉਹਦਾ ਕੋਈ ਨੁਕਸਾਨ ਕਰ ਦਿੰਦੇ ਹੋ, ਅਚਾਨਕ ਕੋਈ ਬੰਦੇ ਦੀ ਮੌਤ ਹੋ ਜਾਂਦੀ ਹੈ, ਤਦ ਵੀ ਤੁਸੀਂ ਇੱਥੇ ਆਪਦਾ ਜਿਹੜਾ ਬੈਨੀਫਿਟ ਹੈ ਲੈ ਸਕਦੇ ਹੋ। ਥਰਡਲੀ ਕੀ ਹੈ, ਮਿਸਚੀਫ ਬਾਈ ਫਾਇਰ, ਬਿਲਡਿੰਗ ਨੂੰ ਤੁਹਾਡੀ ਨੂੰ ਕੋਈ ਅੱਗ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ, ਜਿੱਥੇ ਕੋਈ ਬੰਦੇ ਰਹਿੰਦੇ ਹੋਣ, ਟੈਂਟ ਹੈ, ਕੋਈ ਵੈਸਲ ਹੈ, ਚਾਹੇ ਕੋਈ ਜਾਂ ਕੋਈ ਪ੍ਰਾਪਰਟੀ ਤੁਸੀਂ ਰੱਖੀ ਵੀ ਹੈ, ਕੋਈ ਗਡਾਊਨ ਹੈ ਤੁਹਾਡਾ, ਠੀਕ ਹੈ, ਉਹਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ ਅੱਗ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਤੁਸੀਂ ਆਪਦੀ ਪ੍ਰਾਪਰਟੀ ਦੇ ਡਿਫੈਂਸ ਦੇ ਲਈ, ਆਪਣੀ ਪ੍ਰਾਪਰਟੀ ਬਚਾਉਣ ਦੀ ਖਾਤਰ ਉਸ ਬੰਦੇ ਦੇ ਅਗੇਂਸਟ ਕੋਈ ਫੋਰਸ ਯੂਜ਼ ਕਰਦੇ ਹੋ, ਉਸ ਫੋਰਸ ਯੂਜ਼ ਕਰਦੇ ਕਰਦੇ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ, ਤਦ ਵੀ ਤੁਸੀਂ ਇਸਦਾ ਬੈਨੀਫਿਟ ਲੈ ਸਕਦੇ ਹੋ। ਫੋਰਥ ਤਰੀਕੇ ਥੈਫਟ, ਮਸਚੀਫ, ਚੋਰੀ, ਕੋਈ ਹੋਰ ਗਲਤ ਕੰਮ, ਹਾਊਸ ਟ੍ਰੈਸਪਾਸ, ਘਰ ਦੇ ਵਿੱਚ ਮਤਲਬ ਕਿ ਇਲੀਗਲੀ ਤੌਰ ਤੇ ਐਂਟਰ ਕਰ ਜਾਣਾ, ਅੰਡਰ ਸਚ ਸਰਕਮਸਟੈਂਸਸ as may reasonably cause apprehension that death or grievous hurt, ਵੀ ਤੁਹਾਨੂੰ ਇਸ ਗੱਲ ਦਾ ਖਤਰਾ ਪੈ ਗਿਆ ਹੋ ਗਿਆ ਵੀ ਜਾਂ ਤਾਂ ਇਹ ਹੁਣ ਮਾਰ ਦੇਗਾ ਜਾਂ ਫਿਰ ਜ਼ਖਮੀ ਕਰ ਦੇਗਾ, will be the consequence, ਜੇ ਅਸੀਂ ਆਪਦੀ ਜਿਹੜੀ ਬਚਾਅ ਨਾ ਕੀਤਾ ਤਾਂ ਇੱਥੇ ਤੱਕ ਵੀ ਗੱਲ ਪਹੁੰਚ ਸਕਦੀ ਹੈ ਵੀ ਆਇਆ ਤਾਂ ਇਹ ਚੋਰੀ ਕਰਨ ਦੇ ਲਈ ਹੈ, ਠੀਕ ਹੈ, ਹਾਊਸ ਟ੍ਰੈਸਪਾਸ ਕੀਤਾ ਇਸ ਨੇ, ਪਰ ਹੁਣ ਸਥਿਤੀ ਇਦਾਂ ਦੀ ਬਣ ਗਈ, ਅਸੀਂ ਦੇਖ ਲਿਆ ਉਹਨੇ ਸਾਡੇ ਗੋਲੀ ਮਾਰ ਦੇਗਾ, ਨਹੀਂ ਤਾਂ ਸਾਨੂੰ ਮਾਰ ਦੇਗਾ ਜੇ ਅਸੀਂ ਆਪਦਾ ਬਚਾਅ ਨਾ ਕੀਤਾ। ਜਿਹੋ ਜਿਹੀ ਸਥਿਤੀ ਦੇ ਵਿੱਚ ਜੇ ਅਸੀਂ ਪ੍ਰਾਈਵੇਟ ਡਿਫੈਂਸ ਲੈਂਦੇ ਆਪਣਾ ਐਕਸਰਸਾਈਜ਼ ਕਰਦੇ ਹਾਂ, ਯੂਜ਼ ਕਰਦੇ ਹਾਂ, ਦੂਜੇ ਬੰਦਾ ਨੁਕਸਾਨ ਹੋ ਜਾਂਦਾ ਹੈ, ਤਾਂ ਵੀ ਜਿਹੜਾ ਇਸ ਸੈਕਸ਼ਨ ਦਾ ਜਿਹੜਾ ਹੈਗਾ ਬੈਨੀਫਿਟ ਲਿਆ ਜਾ ਸਕਦਾ ਹੈ, ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 104 ਹੈ ਜੀ, ਐਨੀ ਹਾਰਮ ਅਦਰ ਦੈਨ ਡੈਥ, ਜੇ ਕੋਈ ਹੋਰ ਨੁਕਸਾਨ ਸਾਡੇ ਤੋਂ ਹੋ ਜਾਂਦਾ ਹੈ, ਸੈਕਸ਼ਨ 104 ਦੇ ਵਿੱਚ ਹੈ, ਵੈਨ ਸੱਚ ਰਾਈਟ ਐਕਸਟੈਂਡਸ ਟੂ ਕਾਜ਼ਿੰਗ ਐਨੀ ਹਾਰਮ ਅਦਰ ਦੈਨ ਡੈਥ, ਤਦ ਵੀ ਅਸੀਂ ਉਹਦਾ ਜਿਹੜਾ ਬੈਨੀਫਿਟ ਹੈ ਲੈ ਸਕਦੇ ਹਾਂ। ਵਲੰਟਰੀ ਕਾਜ਼ਿੰਗ ਦਾ ਰੋਂਗ ਡੋਰ ਆਫ ਐਨੀ ਹਾਰਮ ਅਦਰ ਦੈਨ ਡੈਥ, ਡੈਥ ਤੋਂ ਇਲਾਵਾ ਕੋਈ ਹੋਰ ਨੁਕਸਾਨ ਹੋ ਜਾਂਦਾ ਬੰਦੇ ਦਾ, ਉਸਦਾ ਜਿਹੜਾ ਰੋਂਗ ਡੋਰ ਕਰਨ ਦੇ ਲਈ ਆਇਆ, ਜਿਹੜਾ ਗਲਤ ਕੰਮ ਕਰਨ ਦੇ ਲਈ ਆਇਆ ਹੈ। ਥੈਫਟ ਹੈ, ਮਿਸਚੀਫ ਹੈ, ਕ੍ਰਿਮੀਨਲ ਟ੍ਰੈਸਪਾਸ ਹੈ, ਨਾਟ ਆਫ ਐਨੀ ਡਿਸਕ੍ਰਿਪਸ਼ਨ ਇਨੂਮਰੇਟਡ ਇਨ ਦਾ ਲਾਸਟ ਪ੍ਰੀਸੀਡਿੰਗ ਸੈਕਸ਼ਨ, ਕੋਈ ਇਦਾਂ ਦੀ ਕੋਈ ਕਾਰਵਾਈ ਹੈ ਜਿਹੜੀ ਕਿ ਇਹਨਾਂ ਸੈਕਸ਼ਨਾਂ ਦੇ ਵਿੱਚ ਪਿਛਲੇ 'ਚ ਕਵਰ ਨਹੀਂ ਹੁੰਦੀ, ਠੀਕ ਹੈ, ਇੱਥੇ ਅੱਗੇ ਕਲੀਅਰ ਕਰਤਾ ਸੀ ਵੀ ਕੋਈ ਵੀ ਹੋਰ ਕਾਰਵਾਈ ਮੌਤ ਨੂੰ ਛੱਡ ਕੇ, ਠੀਕ ਹੈ, ਇਹਨਾਂ ਪਿਛਲੇ ਸੈਕਸ਼ਨ 'ਚ ਕਵਰ ਨਹੀਂ ਹੁੰਦੀ, ਤਦ ਵੀ ਕੋਈ ਉਸ ਵਿਅਕਤੀ ਦੇ ਖਿਲਾਫ ਅਸੀਂ ਆਪਣੀ ਪ੍ਰਾਈਵੇਟ ਡਿਫੈਂਸ ਦੇ ਲਈ ਫੋਰਸ ਯੂਜ਼ ਕਰਦੇ ਹਾਂ ਤਾਂ ਉਹਨੂੰ ਕੋਈ ਨੁਕਸਾਨ ਹੋ ਜਾਂਦਾ ਹੈ, ਠੀਕ ਹੈ, ਤਾਂ ਉਹ ਇਹਦਾ ਬੈਨੀਫਿਟ ਜਿਹੜਾ ਹੈਗਾ ਲੈ ਸਕਦੇ ਹਾਂ। ਸੈਕਸ਼ਨ 105 ਹੈ ਜੀ, 105 ਕੀ ਕਮੈਂਸਮੈਂਟ ਐਂਡ ਕੰਟੀਨਿਊਸ ਆਫ ਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈਗਾ ਵੀ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈਗਾ, ਉਹਦੀ ਕਮੈਂਸਮੈਂਟ ਕਦੋਂ ਹੁੰਦੀ ਹੈ, ਕਿੰਨੀ ਦੇਰ ਤੱਕ ਉਹ ਕੰਟੀਨਿਊ ਰਹਿੰਦਾ ਹੈ। ਸਿੰਪਲ ਜੀ ਗੱਲ ਹੈਗੀ, ਜਿੰਨੀ ਦੇਰ ਤੱਕ ਜਦੋਂ ਤੁਹਾਡਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਵੇਲੇ ਉਹ ਕੰਟੀਨਿਊ ਹੋ ਜਾਂਦਾ ਹੈ, ਨਾ ਮਤਲਬ ਕਿ ਕਮੈਂਸ ਹੋ ਜਾਂਦਾ ਹੈ, ਜਿੰਨੀ ਦੇਰ ਤੱਕ ਉਹ ਵਿਅਕਤੀ ਹੈਗੇ ਜਿਹੜੇ ਗਲਤ ਕੰਮ ਕਰਨ ਦੇ ਲਈ ਮਤਲਬ ਕਿ ਰਹਿੰਦੇ ਆ, ਪ੍ਰੈਜ਼ੈਂਟ ਹੁੰਦੇ ਆ, ਉਨੀ ਦੇਰ ਤੱਕ ਉਹ ਜਿਹੜਾ ਹੈਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਵੀ ਕੰਟੀਨਿਊ ਰਹਿੰਦਾ ਹੈ। ਬੇਸ਼ੱਕ ਉਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਤੁਹਾਡੀ ਬੋਡੀ ਦੇ ਖਿਲਾਫ ਹੋਵੇ, ਬੇਸ਼ੱਕ ਉਹ ਪ੍ਰਾਪਰਟੀ ਦੇ ਖਿਲਾਫ ਹੋਵੇ, ਉਨੀ ਦੇਰ ਜਦੋਂ ਐਪਰੀਹੈਂਸ਼ਨ ਦਰ ਸਟਾਰਟ ਹੁੰਦਾ ਹੈ ਤੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ ਸਟਾਰਟ ਹੋ ਜਾਂਦਾ ਹੈ। ਜਦੋਂ ਤੱਕ ਐਪਰੀਹੈਂਸ਼ਨ ਡਰ ਰਹਿੰਦਾ ਹੈ ਉਦੋਂ ਤੱਕ ਜਿਹੜਾ ਹੈਗਾ ਇਹ ਰਾਈਟ ਆਫ ਪ੍ਰਾਈਵੇਟ ਡਿਫੈਂਸ ਕੰਟੀਨਿਊ ਰਹਿੰਦਾ ਹੈ। ਡਰ ਖਤਮ ਹੋਣ ਦੇ ਨਾਲ ਹੀ ਜਿਹੜਾ ਪ੍ਰਾਈਵੇਟ ਡਿਫੈਂਸ ਦਾ ਜਿਹੜਾ ਰਾਈਟ ਹੈਗਾ ਇਹ ਵੀ ਖਤਮ ਹੋ ਜਾਂਦਾ ਹੈ। ਸੈਕਸ਼ਨ 106 ਹੈ, ਰਾਈਟ ਆਫ ਪ੍ਰਾਈਵੇਟ ਡਿਫੈਂਸ ਅਗੇਂਸਟ ਡੈਡਲੀ ਅਸਾਲਟ ਵੈਨ ਦੇਅਰ ਇਜ਼ ਰਿਸਕ ਆਫ ਹਾਰਮ ਟੂ ਇਨੋਸੈਂਟ ਪਰਸਨ। ਡੈਡਲੀ ਅਸਾਲਟ, ਮਾਰੂ ਹਥਿਆਰ ਹੋ ਕਿਸੇ ਬੰਦੇ ਕੋਲੇ, ਰਾਈਟ ਆਫ ਪ੍ਰਾਈਵੇਟ ਡਿਫੈਂਸ ਅਗੇਂਸਟ ਡੈਡਲੀ ਅਸਾਲਟ ਵੈਨ ਦੇਅਰ ਇਜ਼ ਰਿਸਕ ਆਫ ਹਾਰਮ ਟੂ ਇਨੋਸੈਂਟ ਪਰਸਨ। ਦੇਖੋ ਇੱਥੇ ਕੀ ਕਿਹਾ ਗਿਆ ਵੀ ਜਦੋਂ ਅਸੀਂ ਕੋਈ ਪਾਵਰ ਯੂਜ਼ ਕਰਦੇ ਹਾਂ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ, ਪਰ ਸਾਨੂੰ ਲੱਗਦਾ ਹੈ ਵੀ ਮੇਰੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਯੂਜ਼ ਕਰਨ ਦੇ ਨਾਲ ਕਿਸੇ ਬੇਦੋਸ਼ੀ ਦਾ ਨੁਕਸਾਨ ਵੀ ਹੋ ਸਕਦਾ ਹੈ, ਠੀਕ ਹੈ, ਉਹ ਇਸ ਸੈਕਸ਼ਨ ਦੀ ਪਰਿਭਾਸ਼ਾ 'ਚ ਆ ਜਾਂਦਾ ਹੈ, ਕਿਸੇ ਬੇਦੋਸ਼ੀ ਦਾ ਨੁਕਸਾਨ ਵੀ ਹੋ ਸਕਦਾ ਹੈ। ਤਦ ਵੀ ਅਸੀਂ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਜੇ ਬੇਦੋਸ਼ੀ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ, ਤੁਸੀਂ ਆਪਣੇ ਬਚਾਅ ਦੀ ਖਾਤਰ
ਕੋਈ ਆਪਦਾ ਡਿਫੈਂਸ ਯੂਜ਼ ਕਰਦੇ ਹੋ 106 ਦੇ ਤਹਿਤ ਤਾਂ ਤੁਸੀਂ ਇਹਦਾ ਬੈਨੀਫਿਟ ਲੈ ਸਕਦੇ ਹੋ। ਜਿਵੇਂ ਕਿ ਕੋਈ ਭੀੜ ਹੈ, ਇਸ ਐਗਜ਼ਾਮਪਲ ਦਿੱਤੀ ਗਈ ਹੈ, ਜਿਵੇਂ ਕੋਈ ਭੀੜ ਹੈ ਤੁਹਾਨੂੰ ਮਾਰਨ ਲਈ ਆ ਜਾਂਦੀ ਹੈ, ਠੀਕ ਹੈ, ਤੇ ਤੁਹਾਨੂੰ ਲੱਗਦਾ ਹੁਣ ਜੇ ਮੈਂ ਭੀੜ ਦੇ ਉੱਪਰ ਗੋਲੀ ਨਾ ਚਲਾਈ ਤਾਂ ਇਹ ਮੈਨੂੰ ਮਾਰ ਦੇਗੀ ਭੀੜ। ਤੁਸੀਂ ਆਪਣੇ ਬਚਾਅ ਦੀ ਖਾਤਰ ਭੀੜ ਤੇ ਗੋਲੀ ਚਲਾਉਂਦੇ ਹੋ, ਪਰ ਤੁਹਾਨੂੰ ਲੱਗਦਾ ਹੈ ਵੀ ਮੂਹਰੇ ਕੋਈ ਬੰਦਾ ਖੜਾ, ਬੱਚਾ ਖੜਾ ਇੱਦਾਂ ਦਾ ਜਿਹੜਾ ਬੇਦੋਸ਼ਾ ਹੈਗਾ, ਉਹਦਾ ਕੋਈ ਦੋਸ਼ ਲੱਗਦਾ ਨਹੀਂ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰੇਗਾ, ਪਰ ਅਚਾਨਕ ਉਹ ਵਿੱਚ ਆ ਗਿਆ, ਜੇ ਤੁਸੀਂ ਗੋਲੀ ਮਾਰਦੇ ਹੋ ਜਾਂ ਉਹਨੂੰ ਕਰਦੇ ਹੋ, ਉਸ ਬੇਦੋਸ਼ੇ ਦੇ ਵੀ ਕੋਈ ਗੋਲੀ ਲੱਗ ਜਾਂਦੀ ਹੈ, ਸੱਟ ਲੱਗ ਜਾਂਦੀ ਹੈ, ਜ਼ਖਮੀ ਹੋ ਜਾਂਦਾ ਹੈ, ਪਰ ਤੁਹਾਡੀ ਕੋਈ ਮਨਸ਼ਾ ਨਹੀਂ ਉਸ ਨੂੰ ਮਾਰਨ ਦੀ, ਠੀਕ ਹੈ। ਤੁਸੀਂ ਆਪਣਾ ਸੈਲਫ ਡਿਫੈਂਸ ਦੀ ਖਾਤਰ ਇਹ ਜਿਹੜਾ ਹੈਗਾ ਫੋਰਸ ਅਪਲਾਈ ਕੀਤੀ ਹੈ, ਤਾਂ ਤੁਸੀਂ ਜੇ ਉਹਦੇ ਜ਼ਖਮੀ ਹੋ ਜਾਂਦਾ ਹੈ ਤਾਂ ਤੁਸੀਂ ਜਿਹੜਾ ਇਹਦਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਦੀ ਜਿਹੜੀ ਹੈਗੀ ਹੈ ਸੈਕਸ਼ਨ 6 ਦੇ ਤਹਿਤ 106 ਦੇ ਤਹਿਤ ਆਪਦਾ ਡਿਫੈਂਸ ਲੈ ਸਕਦਾ, ਠੀਕ ਹੈ। ਇਹਦੇ ਨਾਲ ਜਿਹੜਾ ਇਹ ਸਾਡਾ ਚੈਪਟਰ ਹੈਗਾ, ਚੈਪਟਰ ਨੰਬਰ 4 ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਅਸੀਂ ਡਿਸਕਸ ਕਰਾਂਗੇ ਫਿਰ ਅਸੀਂ ਪੜਾਂਗੇ ਚੈਪਟਰ ਨੰਬਰ 5 ਅਬੈਟਮੈਂਟ। ਅਬੈਟਮੈਂਟ ਵੀ ਅਗਲਾ ਜਿਹੜਾ ਚੈਪਟਰ ਬਹੁਤ ਇੰਪੋਰਟੈਂਟ ਹੈ। ਜਿਵੇਂ ਇਹ ਜਿਹੜਾ ਸਾਡਾ ਚੈਪਟਰ ਸੀਗਾ ਰਾਈਟ ਆਫ ਪ੍ਰਾਈਵੇਟ ਡਿਫੈਂਸ, ਇਹਦੇ ਤੇ ਕੁਐਸਚਨ ਜ਼ਰੂਰ ਆ ਜਾਂਦੇ ਨੇ ਔਰ ਹੈ ਵੀ ਬਹੁਤ ਇੰਪੋਰਟੈਂਟ। ਇਨ ਪ੍ਰੈਕਟੀਕਲ ਯੂਜ਼ ਹੁੰਦਾ, ਡੇਲੀ ਯੂਜ਼ ਹੁੰਦਾ ਕ੍ਰਿਮੀਨਲ ਕੋਰਟਾਂ ਦੇ ਵਿੱਚ ਕ੍ਰਿਮੀਨਲ ਐਡਵੋਕੇਟਸ ਵੱਲੋਂ, ਠੀਕ ਹੈ ਜੀ। ਕਿਸੇ ਦਾ ਕੋਈ ਕਲਾਸ ਖਤਮ ਹੋਣ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ। सर कल पढ़ाएंगे जी सीपीसी कल संडे है, कल पेपर नंबर 6 पढ़ांगे जी, सिविल प्रोसीजर कोड पेपर नंबर 6। हेलो हाँ जी सर, मैं तो एक ना शुरू से सवाल पूछा ਸੀਗਾ ਵੀ ਮੰਨ ਲਓ ਕੋਈ ਵੀ ਆਪਾਂ ਐਕਟ ਪੜ੍ਹਦੇ ਜਿਹੜੀ ਡੈਫੀਨੇਸ਼ਨ ਕਲੌਜ਼ ਦੇ ਸੈਕਸ਼ਨ 2 ਜੀ ਹੁੰਦੀ हाँ 2 3 कई बार 4 भी आ जाती है। ਮੰਨ ਲਓ ਵੀ ਇੱਕ ਆਪਾਂ ਇੱਕ ਮੁਜਾਰੇ ਦੀ ਡੈਫੀਨੇਸ਼ਨ ਲਿਖਣੀ ਹੈ ਤੇ ਆਪਾਂ ਲਿਖਾਂਗੇ ਐਜ਼ ਪਰ ਸੈਕਸ਼ਨ ਨੰਬਰ 2 ਤੇ ਅੱਗੇ ਸਬ ਸੈਕਸ਼ਨ ਦੇ ਲਿਖਾਂਗੇ ਕਲੌਜ਼ ਲਿਖਾਂਗੇ, ਉਹਦੇ ਬ੍ਰੈਕਟ ਪਾ ਦੋਗੇ ਜੀ, ਸਬ ਸੈਕਸ਼ਨ ਲਿਖਣ ਦੀ ਲੋੜ ਨਹੀਂ ਹੁੰਦੀ। ਸੈਕਸ਼ਨ 2 ਅੱਗੇ ਉਹਦੀ ਜਿਹੜੀ ਕਲੌਜ਼ ਹੈਗੀ ਹੈ, ਕਲੌਜ਼ ਦੇ ਵਿੱਚ ਅਲੱਗ-ਅਲੱਗ ਕਲੌਜ਼ਾਂ ਹੁੰਦੀਆਂ ਨੇ, ਹਰ ਇੱਕ ਵਰਡ ਦੀਆਂ, ਹਰ ਇੱਕ ਵਰਡ ਦੀਆਂ ਅਲੱਗ-ਅਲੱਗ ਕਲੌਜ਼ ਹੁੰਦੀਆਂ ਨੇ। ਜਿਹੜੀ ਤੁਹਾਡੀ ਡੈਫੀਨੇਸ਼ਨ ਹੈ ਉਹ ਕਲੌਜ਼ C 'ਚ ਵੀ ਹੋ ਸਕਦੀ ਹੈ, A 'ਚ ਵੀ ਹੋ ਸਕਦੀ ਹੈ, D 'ਚ ਵੀ ਹੋ ਸਕਦੀ ਹੈ। ਅੱਗੇ ਸਬ ਸੈਕਸ਼ਨਸ, ਠੀਕ ਹੈ, ਤੁਸੀਂ ਪ੍ਰੈਕਟਿਸ ਵਿੱਚ ਪਾ ਦਿਓ ਨਾਲ, ਅਲੱਗ-ਅਲੱਗ ਲਿਖਣ ਦੀ ਲੋੜ ਨਹੀਂ ਹੁੰਦੀ। ਸੈਕਸ਼ਨ ਫਲਾਣਾ, ਸਬ ਸੈਕਸ਼ਨ ਫਲਾਣਾ, ਦੇਖੋ ਸੁਣੋ ਹੈ ਜੀ, ਤੁਹਾਨੂੰ ਇਹ ਲਿਖਣ ਦੀ ਲੋੜ ਨਹੀਂ ਹੁੰਦੀ ਵੀ ਹੈ ਜੀ। ਸੈਕਸ਼ਨ ਨੰਬਰ 2 ਪਾਉਣਾ ਹੀ ਪਊਗਾ ਜੀ। ਸੈਕਸ਼ਨ ਨੰਬਰ 2 ਤਾਂ ਦੇਖੋ ਪਾਣੀ ਪਏਗਾ ਨਾ, ਬੁੱਕ ਦਾ ਨਾਮ ਪਾਵਾਂਗੇ ਪਹਿਲਾਂ ਤਾਂ, ਪਹਿਲਾਂ ਬੁੱਕ ਦਾ ਨਾਮ ਪਾਵਾਂਗੇ, ਇੰਡੀਅਨ ਪੀਨਲ ਕੋਡ ਸੈਕਸ਼ਨ ਫਲਾਣਾ, ਅੱਗੇ ਸਬ ਸੈਕਸ਼ਨ ਲਿਖਣ ਦੀ ਲੋੜ ਨਹੀਂ, ਤੁਸੀਂ ਬ੍ਰੈਕਟ ਦੇ ਵਿੱਚ ਸੈਕਸ਼ਨ ਦੇ ਨਾਲ ਹੀ ਬ੍ਰੈਕਟ ਵਿੱਚ ਪਾ ਦੋਗੇ ਸਬ ਸੈਕਸ਼ਨ 2, ਸਬ ਸੈਕਸ਼ਨ 1 ਜੋ ਵੀ ਹੈਗਾ, ਅੱਗੇ ਫਰਦਰ ਉਹਦੇ ਨਾਲ ਹੀ ਪਾ ਦੋਗੇ ਕਲੌਜ਼, ਸਬ ਕਲੌਜ਼। ਚੈਪਟਰ ਨੰਬਰ 5 ਦਾ ਕਿ 6 ਦਾ ਚੈਪਟਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿੱਥੇ ਸੈਕਸ਼ਨਸ ਅਵੇਲੇਬਲ ਹੈ। ਦੇਖੋ ਜਿਵੇਂ ਹੁਣ ਇਹ ਆਪਾਂ ਪੜ੍ਹ ਰਹੇ ਹਾਂ, ਇਹਦੇ ਸਾਰੇ ਸੈਕਸ਼ਨ ਕੰਟੀਨਿਊ ਚੱਲਦੇ ਨੇ, ਹਾਂਜੀ ਠੀਕ ਹੈ, ਇਸ ਕਰਕੇ ਚੈਪਟਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਤੁਸੀਂ ਸੈਕਸ਼ਨ ਇਜ਼ ਸਫੀਸ਼ੀਐਂਟ ਓਨਲੀ। ਚੈਪਟਰ ਤਾਂ ਦੇਖੋ ਇੱਕ ਬੁੱਕ ਨੂੰ ਵੰਡਿਆ ਹੈਗਾ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਕਟ ਹੈਗੇ ਆ ਉਹ ਇੱਕ ਚੈਪਟਰ 'ਚ ਇਨਕਲੂਡ ਕੀਤੇ ਨੇ ਤਾਂ ਅੱਗੇ ਆਪਾਂ ਨੂੰ ਸਮਝਣ ਦੇ ਵਿੱਚ ਤੇ ਸੌਖ ਰਹੇ, ਥੋੜੀ ਪੜ੍ਹਨ ਦੇ ਵਿੱਚ ਸੁਖਾਈ ਰਹੇ। ਓਕੇ ਹਾਂ, ਇਸ ਕਰਕੇ ਬੁੱਕ ਨੂੰ ਵੰਡਿਆ ਗਿਆ ਹੈ ਚੈਪਟਰਾਂ ਦੇ ਵਿੱਚ, ਪਰ ਚੈਪਟਰ ਦਾ ਕੰਸੀਡਰ ਨਹੀਂ ਕਰਦੇ, ਬਸ ਸੈਕਸ਼ਨ ਨੰਬਰ ਹੀ ਆ ਗਿਆ ਸਾਰੇ। ਸੈਕਸ਼ਨ ਨੰਬਰ ਹੀ ਅਸੀਂ ਕਵਰ ਕਰਦੇ ਹਾਂ। ਆਪਾਂ ਦੇਖੋ ਹੁਣ ਜਿਵੇਂ ਇੱਕ ਚੈਪਟਰ ਪੜ੍ਹਿਆ, ਇੱਕ ਤਰ੍ਹਾਂ ਦਾ ਜਿਹੜਾ ਵਿਸ਼ਾ ਪੜ੍ਹਿਆ ਹੈਗਾ, ਅੱਜ ਇੱਕ ਚੈਪਟਰ ਕਲੋਜ਼ ਕਰ ਦਿੱਤਾ, ਆਪਾਂ ਨੈਕਸਟ ਅਗਲਾ ਚੈਪਟਰ ਸ਼ੁਰੂ ਕਰਾਂਗੇ। ਇਹ ਬੁੱਕ ਨੂੰ ਇਸ ਤਰੀਕੇ ਵੰਡਿਆ ਹੋਇਆ ਹੈਗਾ ਸੈਕਸ਼ਨਾਂ ਦੇ ਵਿੱਚ, ਚੈਪਟਰਾਂ ਦੇ ਵਿੱਚ। ਜਿਹੜਾ 5ਵਾਂ ਵਾਲਾ ਉਪਸਾਰਣਾ ਹੈ ਜੀ ਜਿਵੇਂ ਉਪਸਾਰਣਾ ਜਿਹੜਾ 5ਵਾਂ ਨੰਬਰ ਚੈਪਟਰ ਹੈ ਜੀ, ਉਪਸਾਰਣਾ ਜਿਵੇਂ ਪੰਜਾਬੀ 'ਚ ਲਿਖਿਆ ਹੋਇਆ ਉਹਨਾਂ ਨੇ ਕਿਸੇ ਗੱਲ ਤੇ ਚਾਹ ਦੇਣੀ, ਇੰਸਟੀਗੇਟ, ਹਾਂਜੀ ਇੰਸਟੀਗੇਟ ਕਰਨਾ ਕਿਸੇ ਨੂੰ, ਉਕਸਾਣਾ। ਹਾਂਜੀ 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 5ਵਾਂ ਚੈਪਟਰ ਦੀ ਗੱਲ ਕਰਦੇ ਹੋ, ਅਬੈਟਮੈਂਟ। ਹਾਂਜੀ ਸਰ। ਹਾਂ ਉਹ ਯਾਰ ਦੇਖੋ ਪਤਾ ਕੀ ਹੈ, ਜਿਹੜੀ ਪੰਜਾਬੀ ਦੇ ਜਿਹੜੇ ਵਰਡ ਨੇ ਨਾ, ਇਹ ਕਈ ਵਾਰੀ ਮੈਚ ਨਹੀਂ ਕਰਦੇ ਹੈਗੇ ਇੰਗਲਿਸ਼ ਦੇ ਵਰਡਾਂ ਦਾ ਮਕਸਦ ਕੋਈ ਹੋਰ ਹੁੰਦਾ ਹੈਗਾ, ਪੰਜਾਬੀ ਦੇ ਵਰਡਾਂ ਦਾ ਮਕਸਦ ਕੁਝ ਹੋਰ ਬਣ ਜਾਂਦਾ ਹੈਗਾ। ਉਕਸਾਣਾ ਠੀਕ ਹੈ, ਅਬੈਟਮੈਂਟ ਕਰਨੀ ਕਿਸੇ ਨੂੰ, ਉਕਸਾਣਾ ਜਾਂ ਇੰਸਟੀਗੇਟ ਕਰ ਦੇਣਾ ਕਿਸੇ ਨੂੰ, ਮਾਰ ਗੰਡਾਸਾ ਚੱਕ ਦੇ, ਜਾਨਾਂ ਦੀ, ਠੀਕ ਹੈ, ਇਹਦਾ ਮਤਲਬ ਹੈ ਅਬੈਟਮੈਂਟ, ਠੀਕ ਹੈ, ਇਹਦਾ ਮਤਲਬ ਹੈ ਅਬੈਟਮੈਂਟ। ਕਿਸੇ ਦੇ ਨੁਕਸਾਨ ਤੇ ਕਿਸੇ ਦੇ ਸੱਟ ਮਾਰਨੀ, ਬੰਦਾ ਚਾਹੇ ਆਪ ਮਾਰਨਾ ਨਾ ਚਾਹੁੰਦਾ ਹੋਵੇ ਪਰ ਕੁਛ ਬੰਦੇ ਨੇ ਇੰਨਾ ਭਾਵੁਕ ਕਰ ਦਿੱਤਾ ਉਸ ਬੰਦੇ ਨੂੰ, ਦੂਜੇ ਨੂੰ, ਠੀਕ ਹੈ ਜੀ, ਉਹਨੇ ਉਹਦੇ ਵਿੱਚ ਆ ਕੇ ਇੰਸਟੀਗੇਟ ਹੋ ਕੇ, ਭਾਵੁਕ ਹੋ ਕੇ ਉਹਦੇ ਗੱਲਾਂ ਦੇ ਵਿੱਚ ਆ ਕੇ ਮਤਲਬ ਕਿ ਇੰਨੀਆਂ ਗੱਲਾਂ, ਐਸੀਆਂ ਗੱਲਾਂ ਕਹਿ ਦਿੱਤੀਆਂ, ਠੀਕ ਹੈ ਜੀ। Class is over. Thank you very much.